ਪਿੰਡਾਂ ਦੇ ਵਿੱਚ ਅਕਾਲੀ ਦਲ ਨੇ ਬੀਜੇਪੀ ਨੂੰ ਉੱਠਣ ਨਹੀਂ ਦਿੱਤਾ, ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ। ਮੈਂ ਰਾਦਰ ਆਈ ਵਿਲ ਕਰੈਕਟ ਮਾਈਸੈਲਫ। ਚਾਹੇ ਤੁਹਾਡੀ 20,000 ਵੋਟ ਤੇ ਵੱਧ ਗਈ, ਪਰ ਉੱਥੇ ਜਿੱਤੇ ਸਿਮਰਜੀਤ ਮਾਨ ਜੋ ਹਮੇਸ਼ਾ ਭਾਰਤ ਦੇ ਖਿਲਾਫ ਵੀ ਬੋਲਦੇ ਰਹੇ, ਨੈਸ਼ਨਲ ਫਲੈਗ ਦੇ ਖਿਲਾਫ ਵੀ ਕਦੀ ਬੋਲ ਦਿੰਦੇ ਨੇ, ਪਾਕਿਸਤਾਨ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਜੋ ਬੀਜੇਪੀ ਦੀ ਆਈਡੀਓਲੋਜੀ ਉਹਨੂੰ ਪੰਜਾਬ ਦੇ ਵਿੱਚ ਕਿਵੇਂ ਸਟਰੈਂਥਨ ਕਰੋਗੇ, ਕਿਵੇਂ ਪੰਜਾਬ ਦੇ ਲੋਕ ਬੀਜੇਪੀ ਤੇ ਭਰੋਸਾ ਕਰਨਗੇ? ਪਰ ਦੂਜੇ ਪਾਸੇ ਜਿਵੇਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿ ਦਿੰਦੇ ਨੇ ਕਿ ਸਿੱਖਾਂ ਦੇ ਖਿਲਾਫ ਵਰਤਾਂਤ ਸਿਰਜਿਆ ਜਾ ਰਿਹਾ ਹੈ, ਸਰਕਾਰਾਂ ਇਹਦੀ ਜ਼ਿੰਮੇਵਾਰ ਨੇ। ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਫਿਰ ਹੋਰ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਿ ਆਪਾਂ ਦੂਸਰੀ ਤਰ੍ਹਾਂ ਦਿਖਾਉਣਾ ਚਾਹੁੰਦੇ ਆ ਔਰ ਪਿਕਚਰ ਕੁਝ ਹੋਰ ਬਣ ਜਾਂਦੀ ਹੈ? ਫਿਰ ਤੱਥ ਤੇ ਦੇਣਾ ਚਾਹੀਦਾ, ਸੱਚਾਈ ਤੇ ਦੇਣੀ ਚਾਹੀਦੀ ਹੈ। ਜਥੇਦਾਰ ਸਾਹਿਬ ਇਹ ਦੱਸਣ ਕਿ ਕਿਸ ਪੁਆਇੰਟ ਤੇ, ਕਿਸ ਮੌਕੇ ਤੇ ਮੌਜੂਦਾ ਸਰਕਾਰ ਨੇ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਥੱਲੇ ਜਾਂ ਭਾਰਤੀ ਜਨਤਾ ਪਾਰਟੀ ਨੇ ਸਿੱਖਾਂ ਦੇ ਨਾਲ ਕੋਈ ਜਾਤੀ ਕੀਤੀ ਹੈ। ਐਨਐਸਏ ਨਹੀਂ ਲਾਣਾ ਚਾਹੀਦਾ ਸੀਗਾ ਜਦੋਂ ਅੰਮ੍ਰਿਤਪਾਲ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਤੇ ਬੇਕਸੂਰ ਨੌਜਵਾਨਾਂ ਨੂੰ ਲੈ ਕੇ ਚੱਕ ਕੇ ਐਨਐਸਏ ਲਾਤਾ। ਥਾਣਿਆਂ ਤੇ ਹਮਲੇ ਹੋ ਰਹੇ ਨੇ, ਨੰਗੀਆਂ ਤਲਵਾਰਾਂ ਨੂੰ ਲੈ ਕੇ ਹਮਲੇ ਕੀਤੇ ਜਾ ਰਹੇ ਨੇ। ਸ਼ਰੇਆਮ ਅਨੰਦਪੁਰ ਸਾਹਿਬ ਇੱਕ ਨਿਹੰਗ ਸਿੰਘ ਨੂੰ ਸ਼ਹੀਦ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਲੋਕ ਥਾਣੇ 'ਚ ਪਹੁੰਚ ਗਏ। ਇਸ ਹਾਲਾਤ 'ਚ ਤਾਂ ਦੱਸੋ ਐਨਐਸਏ ਜੇ ਨਹੀਂ ਲੱਗੇਗੀ। ਅਕਾਲੀ ਦਲ ਇਜ਼ ਪਲੇਇੰਗ ਪੋਲਿਟਿਕਸ। ਉਹਨਾਂ ਨੇ ਹਮੇਸ਼ਾ ਜਿਹੜੀ ਅਕਾਲੀ ਦਲ ਦੀ ਸਿਆਸਤ ਰਹੀ ਹੈ, ਉਹਨਾਂ ਨੇ ਸਿੱਖ ਧਰਮ ਨੂੰ ਪਲੇ ਕੀਤਾ ਹੈਗਾ। ਚਾਹੇ ਐਸਜੀਪੀਸੀ ਦੇ ਥਰੂ ਕਰ ਲਿਆ, ਚਾਹੇ ਕੋਈ ਮੋਰਚਾ ਲਾ ਕੇ ਕਰ ਲਿਆ, ਚਾਹੇ ਉਹਨਾਂ ਨੇ ਕਦੀ ਬੰਦੀ ਸਿੰਘਾਂ ਦੀ ਗੱਲ ਕਰ ਲਈ, ਕਦੀ ਕੋਈ, ਉਹਨਾਂ ਨੂੰ ਤਾਂ ਕੋਈ ਇਸ ਤਰ੍ਹਾਂ ਟੌਪਿਕ ਚਾਹੀਦਾ ਆਪਣੇ ਆਪ ਨੂੰ ਸਰਵਾਈਵ ਕਰਨ ਦਾ। ਮੈਂ ਡਿਬੇਟ ਕਰਨਾ ਚਾਹਾਂਗਾ ਕਿਸੇ ਵੇਲੇ ਤੁਹਾਡੇ ਸਟੂਡੀਓ 'ਚ ਹੀ ਕਿ ਮੈਨੂੰ ਇਹ ਗੱਲ ਦੱਸਣ ਕਿ ਉਹਨਾਂ ਨੇ ਅੱਜ ਤੱਕ ਸਿੱਖ ਕੌਮ ਵਾਸਤੇ ਅਕਾਲੀ ਦਲ ਦੀ ਕੀ ਕੰਟਰੀਬਿਊਸ਼ਨ ਹੈ। ਕਾਂਗਰਸ ਪਾਰਟੀ ਤਾਂ ਇੱਕ ਉਹ ਸਰਾਂ ਹੈ ਵੀ ਜਿਹਦੇ ਨਾ ਬੂਹੇ ਨੇ ਨਾ ਬਾਰੀਆਂ ਨੇ, ਜਿਹੜਾ ਕੋਈ ਮਰਜ਼ੀ ਅੰਦਰ ਚਲਾ ਜਾਏ ਤੇ ਜਦੋਂ ਮਰਜ਼ੀ ਕੋਈ ਬਾਹਰ ਨਿਕਲ ਜਾਏ। ਲੀਡਰ ਰੱਖ ਲੈਂਦੇ ਸੀ, ਗੱਲ ਆਪਣੀ ਖੁੱਲ ਕੇ ਰੱਖ ਵੀ ਲੈਂਦੇ ਸੀ, ਬੋਲ ਵੀ ਦਿੰਦੇ ਸੀ, ਫਿਰ ਨਾਰਾਜ਼ ਹੋ ਜਾਂਦੇ ਸੀ, ਫਿਰ ਮਨਾ ਵੀ ਲੈਂਦੇ ਸੀ। ਫਿਰ ਅੱਜ ਉਸ ਨਾਰਾਜ਼ਗੀ ਦਾ ਹਰਜਾਨਾ ਭੁਗਤ ਰਹੀ ਕਾਂਗਰਸ। ਤੁਸੀਂ ਤਾਂ ਬਾਹਰ ਹੋ ਗਏ ਉਸ ਪਾਰਟੀ ਚੋਂ, ਕੈਪਟਨ ਅਮਰਿੰਦਰ ਸਿੰਘ ਵੀ ਬਾਹਰ ਹੋ ਗਏ, ਪਰ ਉਹ ਸਾਰੇ ਇਕੱਠੇ ਹੋ ਗਏ। ਹੁਣ ਉਹ ਜਲੰਧਰ ਦੇ ਵਿੱਚ ਵੀ ਇਕੱਠੇ ਨੇ। ਪ੍ਰਤਾਪ ਬਾਜਵਾ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਆ ਗਏ, ਅੱਜ ਉਹ ਪ੍ਰਚਾਰ ਕਰ ਰਹੇ ਨੇ। ਤੁਸੀਂ ਦੇਖਣਾ ਅਸੀਂ ਹੁਣ ਇਕੱਠੇ ਆ, ਹੁਣ ਆਪਾਂ ਕਾਂਗਰਸ ਨੂੰ ਜਿਤਾਉਣਾ। ਬੀਜੇਪੀ ਲਈ ਪੰਜਾਬ ਦੀ ਪਿੱਚ ਪੁਰਾਣੀ ਹੈ, ਪਰ ਟੀਮ ਦੇ ਵਿੱਚ ਨਵੇਂ ਮੈਂਬਰ ਬਹੁਤ ਸਾਰੇ ਜੁੜ ਗਏ ਨੇ ਔਰ ਉਹਨਾਂ ਮੈਂਬਰਾਂ ਦਾ ਇੱਕ ਵੱਡਾ ਟੈਸਟ ਜਲੰਧਰ ਜਿਮਨੀ ਚੋਣ ਹੋਣ ਜਾ ਰਿਹਾ ਹੈ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਰਾਣਾ ਗੁਰਮੀਤ ਸੋਢੀ ਨੇ, ਕਾਂਗਰਸ ਛੱਡ ਬੀਜੇਪੀ ਦੇ ਵਿੱਚ ਸ਼ਾਮਲ ਹੋਏ। ਜਿਵੇਂ ਮੈਂ ਜ਼ਿਕਰ ਕੀਤਾ ਕਿ ਜੇ ਆਪਾਂ 2022 ਦੇ ਇਲੈਕਸ਼ਨ ਛੱਡ ਦਈਏ, ਸੰਗਰੂਰ ਬਾਈ ਇਲੈਕਸ਼ਨ ਛੱਡ ਦਈਏ, ਉਸ ਤੋਂ ਬਾਅਦ ਹੁਣ ਪਾਰਟੀ ਦੇ ਵਿੱਚ ਰਹਿ ਕੇ ਕਾਫੀ ਸਮਾਂ ਹੋ ਗਿਆ ਔਰ ਇਹ ਨਵੀਂ ਟੀਮ ਜਲੰਧਰ ਜਿਮਨੀ ਚੋਣ ਨੂੰ ਕਿਸ ਤਰ੍ਹਾਂ ਆਪਣਾ ਵੱਡਾ ਚੈਲੰਜ ਸਮਝਦੀ ਔਰ ਇਸ ਚੈਲੰਜ ਨੂੰ ਪੂਰਾ ਕਰ ਪਾਏਗੀ ਜਾਂ ਨਹੀਂ, ਇਹ ਖੁਦ ਦੱਸਣਗੇ ਅੱਜ ਸਾਡੇ ਨਾਲ ਰਾਣਾ ਗੁਰਮੀਤ ਸੋਢੀ ਜੀ ਨੇ। ਸੋਢੀ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਜਿਵੇਂ ਮੈਂ ਜ਼ਿਕਰ ਕੀਤਾ ਕਿ ਪਿੱਚ ਤਾਂ ਬੀਜੇਪੀ ਦੀ ਹੈਗੀ ਸੀਗੀ, ਪੰਜਾਬ ਦੇ ਵਿੱਚ ਟੀਮ ਵੀ ਸੀਗੀ, ਪਰ ਨਵੇਂ ਮੈਂਬਰ ਜੁੜ ਗਏ। ਹੁਣ ਨਵੇਂ ਮੈਂਬਰਾਂ ਨੂੰ ਸਮਾਂ ਵੀ ਮਿਲ ਗਿਆ ਔਰ ਇਹ ਪਹਿਲਾ ਟੈਸਟ ਤੁਹਾਡਾ ਹੋਣ ਜਾ ਰਿਹਾ। ਤੁਹਾਡੀ ਪਰਫਾਰਮੈਂਸ ਮੈਨੂੰ ਲੱਗਦਾ ਉਮੀਦਵਾਰ ਨਾਲ ਜ਼ਿਆਦਾ ਤੁਹਾਡੇ ਸਾਰਿਆਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਕਾਊਂਟ ਹੋਊਗੀ। ਦੇਖੋ, ਗੱਲ ਇਹ ਹੈ ਕਿ ਬੀਜੇਪੀ ਇਜ਼ ਦ ਬਿਗੇਸਟ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸਿਆਸੀ ਪਾਰਟੀ ਹੈ ਦੁਨੀਆ ਦੇ ਵਿੱਚ, ਮੈਂ ਕਹਾਂਗਾ। ਔਰ ਲੇਕਿਨ ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਬੀਜੇਪੀ ਦਾ ਬੜਾ ਛੋਟਾ ਰੋਲ ਰਿਹਾ, ਕਿਉਂਕਿ ਕਿਤੇ 21-22 ਸੀਟਾਂ ਲੜਨੀਆਂ ਔਰ ਬਹੁਤ ਮੇਜਰ ਪੋਰਸ਼ਨ ਜਿਹੜਾ ਹੈਗਾ ਅਕਾਲੀ ਦਲ ਇਲੈਕਸ਼ਨ ਲੜਦਾ ਰਿਹਾ 20-22 ਸਾਲ ਤੋਂ, ਜਦੋਂ ਦਾ ਵੀ ਬੀਜੇਪੀ ਅਕਾਲੀ ਦਲ ਦਾ ਸਮਝੌਤਾ ਹੋਇਆ। ਉਹਦਾ ਪਰਿਣਾਮ ਸਰੂਪ ਇਹ ਹੋਇਆ ਕਿ ਪਿੰਡਾਂ ਦੇ ਵਿੱਚ ਅਕਾਲੀ ਦਲ ਨੇ ਬੀਜੇਪੀ ਨੂੰ ਉੱਠਣ ਨਹੀਂ ਦਿੱਤਾ, ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ। ਮੈਂ ਰਾਦਰ ਆਈ ਵਿਲ ਕਰੈਕਟ ਮਾਈਸੈਲਫ ਕਿ ਉਹਨਾਂ ਨੂੰ ਪਹੁੰਚਣ ਹੀ ਨਹੀਂ ਦਿੱਤਾ। ਸਿਰਫ ਸ਼ਹਿਰਾਂ ਤੱਕ ਸੀਮਤ ਸੀਗੀਆਂ ਕੁਝ ਸੀਟਾਂ ਜਿਹੜੀਆਂ ਬੀਜੇਪੀ ਲੜਦੀ ਸੀਗੀ, 21 ਜਾਂ 22 ਸੀਟਾਂ। ਉਹਦੇ ਵਿੱਚ ਹੀ ਸਾਰਾ ਉਹਦਾ ਜਿਹੜਾ ਰਿਜ਼ਲਟਸ ਨੇ, ਪਰਿਣਾਮ ਹੈ, ਅੰਜਾਮ ਹੈ, ਉਹ ਵੀ 22 ਸੀਟਾਂ 'ਚ ਹੀ ਹੁੰਦਾ ਸੀਗਾ। ਲੇਕਿਨ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੋਨਾਂ ਦਾ ਮਤਭੇਦ ਹੋਇਆ ਔਰ ਉਹ ਅਲੱਗ-ਅਲੱਗ ਹੋ ਗਈਆਂ, ਤਾਂ ਬੀਜੇਪੀ ਦਾ ਜਿਹੜਾ ਇਹ ਫੈਸਲਾ ਸੀ, ਇਹ ਨਿਰਣੈ ਸੀਗਾ
ਹਾਈ ਕਮਾਂਡ ਦਾ ਕਹਿ ਲਈਏ, ਮੋਦੀ ਸਾਹਿਬ ਦਾ ਕਹੀਏ, ਨੱਡਾ ਸਾਹਿਬ ਦਾ ਕਹੀਏ, ਸਾਡੇ ਹੋਮ ਮਿਨਿਸਟਰ ਸਾਹਿਬ ਦਾ ਕਹੀਏ, ਬਾਕੀ ਦੇ ਲੀਡਰ ਸਾਹਿਬਾਨ ਦਾ ਕਹੀਏ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਬੀਜੇਪੀ ਨੂੰ ਮਜ਼ਬੂਤ ਕਰਨਾ ਹੈ, ਸਟਰੈਂਥਨ ਕਰਨਾ ਹੈ। ਇਸ ਵੇਲੇ ਅਸੀਂ ਉਸ ਮੂਵਮੈਂਟ ਦੇ ਆਧਾਰ ਤੇ ਅਸੀਂ ਕੰਮ ਕਰ ਰਹੇ ਹਾਂ। ਅਸੀਂ 2022 ਦਾ ਇਲੈਕਸ਼ਨ ਲੜੇ। ਇਹ ਪਹਿਲੀ ਦਫਾ ਹੋਇਆ ਕਿ ਭਾਰਤੀ ਜਨਤਾ ਪਾਰਟੀ 73-74 ਸੀਟਾਂ ਤੇ ਇਲੈਕਸ਼ਨ ਲੜੀ। परिणाम स्वरूप कई ਥਾਵਾਂ ਤੇ ਸਾਡੀ ਪਾਰਟੀ ਨੇ ਨਹੀਂ ਵੀ ਅੱਛਾ ਕੀਤਾ, ਲੇਕਿਨ ਇੱਕ ਕਾਡਰ ਜਾਂ ਇੱਕ ਲੋਕਾਂ ਨੂੰ ਜਿਹੜਾ ਕਮਲ ਦਾ ਚਿੰਨ੍ਹ ਸੀ ਉਹਦੀ ਦੇਖ ਰੇਖ ਜਾਂ ਉਹਦੀ ਪਹਿਚਾਨ ਜਿਹੜੀ ਹੈ ਪੰਜਾਬ ਸਾਰੇ 'ਚ ਇਸ ਵੇਲੇ ਹੋ ਗਈ ਹੈ। ਉਹਦਾ ਰਿਜ਼ਲਟ ਸਿੱਧਾ ਸਿੱਧਾ ਇਹ ਹੈਗਾ ਕਿ ਜਦੋਂ ਸੰਗਰੂਰ ਦਾ ਬਾਈ ਇਲੈਕਸ਼ਨ ਹੋਇਆ, ਜਿੱਥੇ ਮੁੱਖ ਮੰਤਰੀ ਜੀ ਖੁਦ ਮੈਂਬਰ ਪਾਰਲੀਮੈਂਟ ਸੀ ਔਰ ਉਹਨਾਂ ਨੇ ਆਪਣਾ ਚਹੇਤਾ ਬੰਦਾ ਪਾਰਲੀਮੈਂਟ ਇਲੈਕਸ਼ਨ 'ਚ ਖੜਾ ਕੀਤਾ, ਉਸ ਇਲੈਕਸ਼ਨ 'ਚ ਬੀਜੇਪੀ ਵੱਲੋਂ ਮੈਂ ਇੰਚਾਰਜ ਸੀ ਉਸ ਇਲੈਕਸ਼ਨ ਦਾ, ਔਰ ਅਸੀਂ ਅਕਾਲੀ ਦਲ ਨਾਲੋਂ 20,000 ਵੋਟ ਜਿਹੜੀ ਹੈ 22,000 ਵੋਟ ਜ਼ਿਆਦਾ ਅਸੀਂ ਅਕਾਲੀ ਦਲ ਤੋਂ ਲਈ ਔਰ 6-7 ਹਜ਼ਾਰ ਵੋਟ ਅਸੀਂ ਕਾਂਗਰਸ ਤੋਂ ਪਿੱਛੇ ਰਹੇ। ਤਾਂ ਇੱਥੋਂ ਇਹ ਮਹਿਸੂਸ ਹੋਇਆ ਕਿ ਲੋਕਾਂ ਨੇ ਜਿਹੜਾ ਵਰਡਿਕਟ ਦਿੱਤਾ, ਜਿਹੜਾ ਫੈਸਲਾ ਦਿੱਤਾ ਆਮ ਆਦਮੀ ਪਾਰਟੀ ਦੇ ਹੱਕ 'ਚ, ਉਹ ਬਦਲਾਅ 'ਚ ਦਿੱਤਾ। ਉਦੋਂ ਉਹਨਾਂ ਦੇ ਜ਼ਿਹਨ 'ਚ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਬੀਜੇਪੀ ਪਾਵਰ 'ਚ ਲਿਆਉਣ ਵਾਸਤੇ ਐਗਜ਼ਿਸਟ ਨਹੀਂ ਸੀ ਕਰ ਰਿਹਾ। ਉਹ ਸਿਰਫ ਤੇ ਸਿਰਫ ਕਾਂਗਰਸ ਦੇ ਨਾਲ ਔਰ ਅਕਾਲੀ ਦਲ ਨਾਲ ਇੱਕ ਬਦਲਾ ਲੈਣਾ ਚਾਹੁੰਦੇ ਸੀ ਪੰਜਾਬ ਦੇ ਲੋਕ, ਜਿਹਦੇ ਫਲਸਰੂਪ 'ਚ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਜਾਂ ਉਹਨਾਂ ਦੇ 92 ਬੰਦੇ ਜਿੱਤੇ। ਪਰ ਮੈਂ ਤੁਹਾਨੂੰ 1 ਸਾਲ ਪਿੱਛੇ ਲੈ ਕੇ ਜਾਂਦਾ, ਤੁਸੀਂ ਸੰਗਰੂਰ ਬਾਈਪੋਲ ਦੀ ਜ਼ਿਕਰ ਕਰ ਰਹੇ ਹੋ, ਉਹਦੇ ਵਿੱਚ ਚਾਹੇ ਤੁਹਾਡੀ 20,000 ਵੋਟ ਤਾਂ ਵੱਧ ਗਈ, ਪਰ ਉੱਥੋਂ ਜਿੱਤੇ ਸਿਮਰਜੀਤ ਮਾਨ, ਜੋ ਹਮੇਸ਼ਾ ਭਾਰਤ ਦੇ ਖਿਲਾਫ ਵੀ ਬੋਲਦੇ ਰਹੇ, ਨੈਸ਼ਨਲ ਫਲੈਗ ਦੇ ਖਿਲਾਫ ਵੀ ਕਦੀ ਬੋਲ ਦਿੰਦੇ ਨੇ, ਪਾਕਿਸਤਾਨ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਨੇ। ਉਹ ਸਿਮਰਜੀਤ ਮਾਨ ਨੂੰ ਜਿਤਾਤਾ। ਹੁਣ ਤੁਹਾਡਾ ਬਹੁਤ ਵੱਡਾ ਤਜਰਬਾ ਹੈ, ਤੁਸੀਂ ਉਸ ਇਲਾਕੇ ਤੋਂ ਵੀ ਆਉਂਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਜੋ ਬੀਜੇਪੀ ਦੀ ਆਈਡੀਓਲੋਜੀ ਉਹਨੂੰ ਪੰਜਾਬ ਦੇ ਵਿੱਚ ਕਿਵੇਂ ਸਟਰੈਂਥਨ ਕਰੋਗੇ? ਕਿਵੇਂ ਪੰਜਾਬ ਦੇ ਲੋਕ ਬੀਜੇਪੀ ਤੇ ਭਰੋਸਾ ਕਰਨਗੇ? ਬੀਜੇਪੀ ਤਾਂ ਕਹਿੰਦੀ ਕਿ ਅਸੀਂ ਆਖਰੀ ਆਪਸ਼ਨ ਰਹਿ ਗਏ, ਪਰ ਲੋਕ ਇੱਥੇ ਤੇ ਕਹਿੰਦੇ ਕਿ ਜਾਂ ਲੋਕ ਕਹਿੰਦੇ ਜਾਂ ਤੁਹਾਡੇ ਵਿਰੋਧੀ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ, ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਬੀਜੇਪੀ ਵਿਤਕਰਾ ਕਰਦੀ ਹੈ ਸਿੱਖਾਂ ਤੇ ਪੰਜਾਬ ਦੇ ਨਾਲ। ਉਸ ਸਥਿਤੀ ਦੇ ਵਿੱਚ ਤੁਸੀਂ ਕਿਵੇਂ ਸਮਝਦੇ ਹੋ ਕਿ ਬੀਜੇਪੀ ਮਜ਼ਬੂਤ ਹੋ ਸਕਦੀ ਹੈ? ਮੈਂ ਬਿਲਕੁਲ, ਜਿਹੜਾ ਤੁਹਾਡਾ ਇਹ ਸਵਾਲ ਹੈ, ਇਹ ਲੋਕ ਜਾਂ ਸਾਡੇ ਜਿਹੜੇ ਵਿਪਰੀਤ ਪਾਰਟੀਆਂ ਨੇ, ਆਪੋਜੀਸ਼ਨਸ ਨੇ, ਉਹ ਲੋਕਾਂ 'ਚ ਚਰਚਾ ਕਰਨਾ ਚਾਹੁੰਦੇ ਨੇ, ਲੇਕਿਨ ਇਹ ਸਰਾਸਰ ਗਲਤ ਹੈ। ਐਂਡ ਆਈ ਡੂ ਨਾਟ ਐਗਰੀ ਵਿਦ ਦਿਸ ਕਿ ਜੀ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਅਗੇਂਸਟ ਹੈ ਜਾਂ ਪੰਜਾਬੀਆਂ ਦੇ ਅਗੇਂਸਟ ਹੈ ਜਾਂ ਸਾਡੀ ਕੌਮ ਦੇ ਅਗੇਂਸਟ ਹੈ। ਐਸੀ ਕੋਈ ਗੱਲ ਨਹੀਂ ਹੈਗੀ। ਮੈਂ 10 ਐਗਜ਼ਾਮਪਲਸ ਦੇ ਸਕਦਾ ਜਿਹਦੇ 'ਚ ਮੈਂ ਇਹ ਸਾਬਤ ਕਰ ਸਕਦਾ ਕਿ ਕਾਂਗਰਸ ਪਾਰਟੀ ਨਾਲੋਂ ਜ਼ਿਆਦਾ, ਅਕਾਲੀ ਦਲ ਨਾਲੋਂ ਜ਼ਿਆਦਾ ਜੋ ਸਿੱਖਾਂ ਨੂੰ ਫਾਇਦੇ ਜਾਂ ਜੋ ਸਿੱਖਾਂ ਦੇ ਹਿੱਤਾਂ ਦੇ ਵਿੱਚ ਗੱਲਾਂ ਹੋਈਆਂ ਨੇ, ਉਹ ਸਾਡੇ ਆਨਰੇਬਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ, ਉਹਨਾਂ ਦੇ ਨੇਤਰਤਵ 'ਚ, ਉਹਨਾਂ ਦੀ ਲੀਡਰਸ਼ਿਪ 'ਚ ਸਿੱਖਾਂ ਨੂੰ ਫਾਇਦੇ ਹੋਏ ਨੇ। ਪਰ ਦੂਜੇ ਪਾਸੇ ਜਿਵੇਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿ ਦਿੰਦੇ ਨੇ ਕਿ ਸਿੱਖਾਂ ਦੇ ਖਿਲਾਫ ਬਰਤਾਂਤ ਸਿਰਜਿਆ ਜਾ ਰਿਹਾ ਹੈ, ਸਰਕਾਰਾਂ ਇਹਦੀ ਜ਼ਿੰਮੇਵਾਰ ਨੇ, ਚਾਹੇ ਉਹ ਸਰਕਾਰਾਂ ਦੋਵੇਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ। ਜਦੋਂ ਅਕਾਲ ਤਖਤ ਦੇ ਜਥੇਦਾਰ ਬੋਲਣ ਤਾਂ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਫਿਰ ਹੋਰ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਿ ਆਪਾਂ ਦੂਸਰੀ ਤਰ੍ਹਾਂ ਦਿਖਾਉਣਾ ਚਾਹੁੰਦੇ ਆ ਔਰ ਪਿਕਚਰ ਕੁਝ ਹੋਰ ਬਣ ਜਾਂਦੀ ਹੈ? ਫਿਰ ਦੇਖੋ ਸਤਿਕਾਰਯੋਗ, ਮੈਂ ਜਥੇਦਾਰ ਸਾਹਿਬ ਦੀ ਕੋਈ ਗੱਲ ਤੇ ਨੁਕਤਾਚੀਨੀ ਜ਼ਿਆਦਾ ਨਹੀਂ ਕਰਨਾ ਚਾਹੁੰਦਾ, ਲੇਕਿਨ ਮੈਂ ਜ਼ਰੂਰ ਕਹਾਂਗਾ ਕਿ ਉਹਨਾਂ ਨੂੰ ਜਿਹੜਾ ਵੀ ਬਿਆਨ ਦੇਣਾ ਹੈ ਉਹ ਤੱਥ ਤੇ ਦੇਣਾ ਚਾਹੀਦਾ, ਸੱਚਾਈ ਤੇ ਦੇਣੀ ਚਾਹੀਦੀ ਹੈ। ਜਥੇਦਾਰ ਸਾਹਿਬ ਇਹ ਦੱਸਣ ਕਿ ਕਿਸ ਪੁਆਇੰਟ ਤੇ, ਕਿਸ ਮੌਕੇ ਤੇ ਮੌਜੂਦਾ ਸਰਕਾਰ ਨੇ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਥੱਲੇ ਜਾਂ ਭਾਰਤੀ ਜਨਤਾ ਪਾਰਟੀ ਨੇ ਸਿੱਖਾਂ ਦੇ ਨਾਲ ਕੋਈ ਜਾਤੀ ਕੀਤੀ ਹੈ। ਇੱਕ ਵੀ ਐਨਐਸਏ ਨਹੀਂ ਲਾਣਾ ਚਾਹੀਦਾ ਸੀਗਾ ਜਦੋਂ ਅੰਮ੍ਰਿਤਪਾਲ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਤੇ ਬੇਕਸੂਰ ਨੌਜਵਾਨਾਂ ਨੂੰ ਲੈ ਕੇ ਚੱਕ ਕੇ ਐਨਐਸਏ ਲਾਤਾ। ਮੈਨੂੰ ਦੱਸੋ, ਜਦੋਂ ਸਟੇਟ ਰਿਕਮੈਂਡ ਕਰ ਰਹੀ ਹੈ, ਐਨਐਸਏ ਰਿਕਮੈਂਡੇਸ਼ਨ ਇੱਥੋਂ ਹੋ ਰਹੀ ਹੈ ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਜਿੱਥੇ ਤੁਹਾਡੇ ਮੇਰੇ ਵਰਗੇ ਘਰਾਂ 'ਚ ਵੜ ਗਏ ਲੋਕ, ਥਾਣਿਆਂ ਤੇ ਹਮਲੇ ਹੋ ਰਹੇ ਨੇ, ਨੰਗੀਆਂ ਤਲਵਾਰਾਂ ਨੂੰ ਲੈ ਕੇ ਹਮਲੇ ਕੀਤੇ ਜਾ ਰਹੇ ਨੇ ਸ਼ਰੇਆਮ। ਉੱਥੇ ਅਨੰਦਪੁਰ ਸਾਹਿਬ ਇੱਕ ਨਿਹੰਗ ਸਿੰਘ ਨੂੰ ਕਤਲ ਸ਼ਹੀਦ ਕਰ ਦਿੱਤਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਲੋਕ ਥਾਣੇ 'ਚ ਪਹੁੰਚ ਗਏ। ਇਸ ਹਾਲਾਤ 'ਚ ਤਾਂ ਦੱਸੋ NSA ਜੇ ਨਹੀਂ ਲੱਗੇਗੀ ਤਾਂ ਦੇਸ਼ ਦੀ ਜਿਹੜੀ ਇਹ ਸ਼ਾਂਤ ਹੋ ਜਾਏਗਾ। ਪਰ ਦੂਜੇ ਦੇਸ਼ ਪਾਸੇ ਦੀ ਜਿਹੜੀ ਪੰਜਾਬ ਦੀ ਜਿਹੜੀ ਸ਼ਾਂਤੀ ਭੰਗ ਹੋਣਾ, ਤਾਂ ਮੈਂ ਸੋਚਦਾ ਕਿ ਹਿੰਦੁਸਤਾਨ ਦੀ ਸ਼ਾਂਤੀ ਭੰਗ ਹੋਣਾ, ਇਕੱਲੇ ਪੰਜਾਬ ਦੀ ਨਹੀਂ। ਤਾਂ ਦੂਜੇ ਪਾਸੇ ਜਿਵੇਂ ਹੀ ਇਹ ਆਪਰੇਸ਼ਨ ਚੱਲਿਆ, ਕਾਰਵਾਈਆਂ ਹੋਈਆਂ, ਤਾਂ ਫਿਰ ਤੁਸੀਂ ਦੇਖਿਆ ਕਿ ਕੁਝ ਪਿੰਡਾਂ ਦੇ ਵਿੱਚ ਜਾਂ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਨੇ ਕਲੇਮ ਕਰਨਾ ਸ਼ੁਰੂ ਕੀਤਾ ਕਿ ਇਹ ਧੱਕਾ ਹੋ ਰਿਹਾ, ਧੱਕੇਸ਼ਾਹੀ ਹੋ ਰਹੀ ਹੈ, ਇਹਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਤਾਂ ਨੁਕਸਾਨ ਹੋਇਆ, BJP ਨੂੰ ਵੀ ਨੁਕਸਾਨ ਹੋਇਆ। ਫਿਰ ਨਹੀਂ, ਬਿਲਕੁਲ ਕੋਈ ਨੁਕਸਾਨ ਨਹੀਂ। ਮੇਰੀ ਗੱਲ ਸੁਣੋ, ਅਕਾਲੀ ਦਲ ਇਜ਼ ਪਲੇਇੰਗ ਪੋਲਿਟਿਕਸ। ਉਹਨਾਂ ਨੇ ਹਮੇਸ਼ਾ ਜਿਹੜੀ ਅਕਾਲੀ ਦਲ ਦੀ ਸਿਆਸਤ ਰਹੀ ਹੈ, ਉਹਨਾਂ ਨੇ ਸਿੱਖ ਧਰਮ ਨੂੰ ਪਲੇ ਕੀਤਾ ਹੈਗਾ, ਚਾਹੇ SGPC ਦੇ ਥਰੂ ਕਰ ਲਿਆ, ਚਾਹੇ ਕੋਈ ਮੋਰਚਾ ਲਾ ਕੇ ਕਰ ਲਿਆ, ਚਾਹੇ ਉਹਨਾਂ ਨੇ ਕਦੀ ਬੰਦੀ ਸਿੰਘਾਂ ਦੀ ਗੱਲ ਕਰ ਲਈ, ਕਦੀ ਕੋਈ, ਉਹਨਾਂ ਨੂੰ ਤਾਂ ਕੋਈ ਇਸ ਤਰ੍ਹਾਂ ਟੌਪਿਕ ਚਾਹੀਦਾ ਆਪਣੇ ਆਪ ਨੂੰ ਸਰਵਾਈਵ ਕਰਨ ਦਾ। ਲੇਕਿਨ ਮੈਂ ਇਹ ਪੁੱਛਦਿਆਂ ਅੱਜ ਅਕਾਲੀ ਦਲ ਤੋਂ, ਮੇਰੇ ਨਾਲ ਮੈਂ ਡਿਬੇਟ ਕਰਨਾ ਚਾਹਾਂਗਾ ਕਿਸੇ ਵੇਲੇ ਤੁਹਾਡੇ ਸਟੂਡੀਓ 'ਚ ਹੀ, ਕਿ ਮੈਨੂੰ ਇਹ ਗੱਲ ਦੱਸਣ ਕਿ ਉਹਨਾਂ ਨੇ ਅੱਜ ਤੱਕ ਸਿੱਖ ਕੌਮ ਵਾਸਤੇ ਅਕਾਲੀ ਦਲ ਦੀ ਕੀ ਕੰਟਰੀਬਿਊਸ਼ਨ ਹੈ। ਇਹ ਅਕਾਲੀ ਦਲ ਉਹ ਹੈਗਾ ਜਿਨ੍ਹਾਂ ਨੇ ਪੰਜਾਬ ਤੋਂ ਪੰਜਾਬੀ ਸੂਬਾ ਬਣਾ ਦਿੱਤਾ, ਔਰ ਹਰ ਕੌਮ, ਹਰ ਇਨਸਾਨ ਇਹ ਚਾਹੁੰਦਾ ਵੀ ਮੇਰਾ ਮੁਲਕ, ਮੇਰੀ ਟੈਰੀਟਰੀ ਵੱਡੀ ਹੋਵੇ, ਤੇ ਉਹਨਾਂ ਨੇ ਕੰਟਰੈਕਸ਼ਨ ਕਰਤੀ, ਵਿੱਚ ਹਰਿਆਣਾ ਕ੍ਰੀਏਟ ਹੋ ਗਿਆ, ਹਿਮਾਚਲ ਪ੍ਰਦੇਸ਼ ਕ੍ਰੀਏਟ ਹੋ ਗਿਆ, ਤੇ ਪੰਜਾਬ ਦੀ ਇੰਨਾ ਕੁ ਪੰਜਾਬ ਰਹਿ ਗਿਆ। ਤੁਹਾਨੂੰ ਲੱਗਦਾ ਕਿ ਹੁਣ SGPC ਦੇ ਚੋਣ ਜਲਦੀ ਹੋ ਜਾਣੇ ਚਾਹੀਦੇ ਨੇ? ਕੇਂਦਰ ਸਰਕਾਰ ਨੂੰ ਇਸ ਵੱਲ ਦੇਖਣਾ ਚਾਹੀਦਾ। ਦੇਖੋ, ਜਿਹੜੇ SGPC ਦੇ ਚੋਣ ਨੇ ਇਹ ਹੋਣੇ ਨੇ, ਅੱਜ ਹੋਣ ਕੱਲ ਹੋਣ, ਇਹਦੇ ਤੇ ਜ਼ਰੂਰ ਕੋਈ ਨਾ ਕੋਈ ਜਿਹੜੀ ਇਮੀਡੀਏਟ ਡਿਸੀਜਨ ਲੈਣਾ ਬੜਾ ਜ਼ਰੂਰੀ ਹੈਗਾ। ਮੈਂ ਸਾਰੀ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਤੁਹਾਨੂੰ ਹੁਣ ਮੇਰੇ ਖਿਆਲ ਨਾਲ 1.5 ਸਾਲ ਤਾਂ BJP ਦੇ ਵਿੱਚ ਸ਼ਾਮਲ ਹੋਏ ਵੀ ਹੋ ਗਿਆ। ਮੈਂ 2 ਦਿਨ ਪਹਿਲਾਂ ਫਤਿਹ ਸਿੰਘ ਬਾਜਵਾ ਉਹਨਾਂ ਨਾਲ ਇੰਟਰਵਿਊ ਕਰ ਰਿਹਾ ਸੀ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਜੇ BJP ਨੇ ਗਰੋ ਕਰਨਾ ਤਾਂ ਉਹਨਾਂ ਨੂੰ ਇੱਕ ਸਿੱਖ ਚਿਹਰਾ, ਪਗੜੀ ਵਾਲਾ ਚਿਹਰਾ ਜਿਹੜਾ ਉਹਨੂੰ ਅੱਗੇ ਲਿਆਉਣਾ ਚਾਹੀਦਾ, ਜੋ ਪਾਰਟੀ ਨੂੰ ਲੀਡ ਕਰੇ ਪੰਜਾਬ ਦੇ ਵਿੱਚ। ਤੁਹਾਡੀ ਕੀ ਓਪੀਨੀਅਨ ਹੈ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਚਿਹਰਿਆਂ ਨੂੰ ਇੰਪੋਰਟੈਂਸ ਦੇਣੀ ਬੜੀ ਜ਼ਰੂਰੀ ਹੈਗੀ ਹੈ, ਕਿਉਂਕਿ ਪੰਜਾਬ ਜਿਹੜਾ ਜਾਣਿਆ ਜਾਂਦਾ ਹੈ, ਉਹ ਇੱਕ ਪਗੜੀਧਾਰੀ ਜਦੋਂ ਸਾਹਮਣੇ ਆਉਂਦਾ ਤਾਂ ਉਹਦੇ ਤੋਂ ਇਹ ਮਹਿਸੂਸ ਹੁੰਦਾ ਵੀ ਇਹ ਪੰਜਾਬ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਪਹਿਲਾਂ ਕਿਹਾ ਵੀ ਕੋਈ ਵਿਤਕਰਾ ਨਹੀਂ ਹੈ। ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਦੇ ਜਿਹੜਾ ਨਿਰਣੈ ਹੈਗਾ, ਇੱਕ ਸਿਸਟਮ ਹੈਗਾ, ਉਹਦੇ 'ਚ ਉੱਥੇ ਨਿਰਣੈ ਆਉਣ ਵਾਲੇ ਵਕਤ 'ਚ ਲਿਆ ਜਾਏਗਾ। ਲੇਕਿਨ ਇਸ ਜਿਹੜਾ ਇਹ ਸਬਜੈਕਟ ਹੈ, ਇਹਦੇ ਵੱਲ ਕੀ ਪਾਰਟੀ ਸਟੇਟ ਦੀ ਲੀਡਰਸ਼ਿਪ ਔਰ ਨੈਸ਼ਨਲ ਦੀ ਲੀਡਰਸ਼ਿਪ ਜ਼ਿਕਰ ਕਰ ਰਹੀ ਹੈ, ਚਰਚਾ ਕਰ ਰਹੀ ਹੈ ਇਹਦੇ ਤੇ ਕਿ ਇਦਾਂ ਹੋਣਾ ਚਾਹੀਦਾ? ਨਹੀਂ, ਦੇਖੋ, ਕਿਉਂਕਿ ਤੁਸੀਂ ਤਾਂ ਦੂਜੀ ਪਾਰਟੀ ਤੋਂ ਆਏ, ਤੁਸੀਂ ਤਾਂ ਕਾਂਗਰਸ ਨਵੇਂ ਆਏ, ਤੁਸੀਂ ਤਾਂ ਆ ਕੇ ਸਲਾਹ ਦੇ ਰਹੇ ਹੋ, ਪਰ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਇਹਨਾਂ ਦੀ, ਜੋ ਪਾਰਟੀ, ਜਿਨ੍ਹਾਂ ਦੀ ਆਰਗੇਨਾਈਜੇਸ਼ਨ, ਜੋ ਪਾਰਟੀ ਚਲਾ ਰਹੇ ਸੀਗੇ ਪਹਿਲੇ, ਕਿ ਉਹ ਇਸ ਗੱਲ ਨੂੰ ਮੰਨ ਰਹੇ ਨੇ? ਨਹੀਂ, ਦੇਖੋ, ਜਿਹੜੇ ਪਾਰਟੀ ਚਲਾ ਰਹੇ ਨੇ ਉਹਦੇ ਵਿੱਚ ਵੀ ਸਿੱਖ ਚਿਹਰੇ ਹੈਗੇ ਨੇ। ਲਾਲਪੁਰਾ ਜੀ ਅੱਜ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ ਜੀ। ਹਰਦੀਪ ਪੁਰੀ ਜੀ ਇੱਕ ਬਹੁਤ ਅਹਿਮ ਮਿਨਿਸਟਰੀਆਂ ਦੇ ਉਹਨੂੰ ਚਲਾ ਰਹੇ ਨੇ। ਉਸ ਤੋਂ ਪਹਿਲਾਂ ਹੋਰ ਸਿੱਖ ਚਿਹਰੇ ਵੀ ਰਹੇ ਨੇ, ਸੁਰਿੰਦਰ ਸਿੰਘ ਵੀ ਮਿਨਿਸਟਰ ਰਹੇ ਨੇ ਜਿਹੜੇ ਉੱਥੋਂ ਅਸਾਮ ਤੋਂ ਚੁਣੇ ਗਏ ਸੀਗੇ। ਸੋ ਇਸ ਤਰ੍ਹਾਂ ਸਿੱਖ ਚਿਹਰੇ ਤਾਂ ਕਾਫੀ ਰਹੇ ਹੈਗੇ ਨੇ। ਔਰ ਲੇਕਿਨ ਅੱਜ ਦੇ ਮੌਕੇ 'ਚ, ਅੱਜ ਦੇ ਮਾਹੌਲ 'ਚ ਇਹਦੀ ਬੜੋਤਰੀ ਹੋਣੀ ਜ਼ਰੂਰੀ ਹੈਗੀ ਹੈ, ਔਰ ਉਹ ਪਾਰਟੀ ਕਰ ਰਹੀ ਹੈਗੀ ਹੈ। ਔਰ ਮੈਨੂੰ ਲੱਗਦਾ ਜੇ ਇਹ ਪਾਰਟੀ ਕਰਨਾ ਵੀ ਚਾਹੀਦਾ ਉਹਨਾਂ ਦੇ ਲਈ ਤਾਂ ਬੜਾ ਔਖਾ ਹੋ ਜਾਏਗਾ। ਉਹਨਾਂ ਦੀ ਪਾਰਟੀ ਦੇ ਵਿੱਚ, ਮਤਲਬ BJP ਦੇ ਵਿੱਚ, ਰਾਣਾ ਗੁਰਮੀਤ ਸੋਢੀ ਆ ਗਏ, ਮਨਪ੍ਰੀਤ ਬਾਦਲ ਆ ਗਏ, ਕੇਵਲ ਢਿੱਲੋਂ ਆ ਗਏ, ਫਤਿਹ ਸਿੰਘ ਬਾਜਵਾ ਆ ਗਏ, ਹੋਰ ਕਈ ਵੱਡੇ ਸਿੱਖ ਚਿਹਰੇ ਆ ਗਏ, ਤੇ ਫਿਰ ਤਾਂ ਉਹਨਾਂ ਨੂੰ ਪ੍ਰਧਾਨ ਗਾਣਾ ਜਾਂ ਲੀਡਰ ਚੁਣਨਾ ਬੜਾ ਔਖਾ। ਗੱਲ ਵੱਡੇ ਛੋਟੇ ਜਾਂ ਲੀਡਰ ਚੁਣਨ ਦੀ ਗੱਲ ਨਹੀਂ ਹੈਗੀ, ਗੱਲ ਪਰਫਾਰਮੈਂਸ ਦੀ ਹੈ, ਲੋਕਾਂ ਦੀ ਐਕਸੈਪਟੇਬਿਲਿਟੀ ਦੀ ਹੈ ਕਿ ਲੋਕ ਕਿਹਨੂੰ ਐਕਸੈਪਟ ਕਰਦੇ ਨੇ। ਲੋਕ ਆਪਣੇ ਆਪ ਨੂੰ ਲੀਡਰ ਕਹਿਣ ਵਾਲੇ ਤਾਂ ਬਹੁਤ ਲੋਕ ਹੁੰਦੇ ਨੇ, ਲੇਕਿਨ ਲੋਕਾਂ ਦੀ ਜਿਹੜੀ ਮਨਸ਼ਾ ਹੁੰਦੀ ਹੈ, ਲੋਕਾਂ ਦੀ ਜਿਹੜੀ ਐਕਸੈਪਟੇਬਿਲਿਟੀ ਹੁੰਦੀ ਹੈ, ਉਹ ਹੀ ਲੀਡਰ ਹੁੰਦਾ, ਚਾਹੇ ਉਹ ਸਿੱਖ ਚਿਹਰਾ ਹੋਵੇ, ਚਾਹੇ ਹਿੰਦੂ ਚਿਹਰਾ ਹੋਵੇ। ਪੰਜਾਬੀ, ਦੇਖੋ ਤੁਸੀਂ ਵੀ ਪੰਜਾਬੀ ਆ, ਮੈਂ ਵੀ ਪੰਜਾਬੀ ਹਾਂ, ਜਿਨ੍ਹਾਂ ਦੇ ਸਟੂਡੀਓ 'ਚ ਬੈਠੇ ਵੀ ਪੰਜਾਬੀ ਨੇ। ਸਿਰਫ ਇੱਕ ਸਾਫੇ ਦੀ ਗੱਲ ਹੈ ਤੇ ਉਹਦੇ 'ਚ ਕਹਿ ਦਿੰਦੇ ਨੇ ਵੀ ਇਹ ਸਿੱਖ ਹੈ ਜੀ ਤੇ ਇਹ ਹਿੰਦੂ ਹੈ ਜੀ, ਲੇਕਿਨ ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਾਰੇ ਹੀ ਆਪਾਂ ਮੰਦਿਰਾਂ 'ਚ ਜਾਂਦੇ ਹਾਂ। ਮੈਂ ਮੰਨਦਾ ਤੁਹਾਡੀ ਗੱਲ, ਪਰ ਤੁਸੀਂ ਕਹਿੰਦੇ ਆ ਕਿ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਥੋੜਾ ਜਿਹਾ ਨੈਰੇਟਿਵ ਸਿਰਜਣ ਲਈ ਇਹ ਜ਼ਰੂਰੀ ਹੋ ਜਾਏਗਾ ਕਿ ਸਿੱਖਾਂ ਦੇ ਪ੍ਰਤੀ ਹਮਦਰਦੀ ਹੈ ਔਰ ਸਿੱਖਾਂ ਦੀ ਪਾਰਟੀ ਹੈ, ਇਹਦੇ ਲਈ ਲੈਣਾ ਪਏਗਾ। ਪਰ ਤੁਸੀਂ ਬੜੀ ਬੇਵਾਕੀ ਦੇ ਨਾਲ ਜਵਾਬ ਦਿੰਦੇ ਹੋ ਰਾਣਾ ਜੀ। ਸ਼ਾਇਦ ਮੈਨੂੰ ਪਤਾ ਨਹੀਂ ਕਿ ਇਹ ਸਵਾਲ ਮੈਂ ਪੁੱਛਾਂ ਕਿ ਨਾ, ਜੇ ਤੁਹਾਨੂੰ ਲੱਗੇ ਕਿ ਇਸ ਵੇਲੇ ਜੋ BJP ਦੀ ਲੀਡਰਸ਼ਿਪ ਹੈ ਪੰਜਾਬ 'ਚ, ਜੇ ਕੋਈ 3 ਨਾਮ
ਆਪਣੇ ਆਪ 'ਚ ਤਾਂ ਆਪਣੇ ਆਪ ਵਿਅਕਤੀ ਨੂੰ ਤੁਹਾਨੂੰ ਵੀ ਹੁੰਦਾ ਹੋਏਗਾ ਕਿ ਮੈਂ ਵੀ ਲੀਡਰਸ਼ਿਪ ਕਰ ਸਕਦਾ ਪੰਜਾਬ ਬੀਜੇਪੀ ਦੀ। ਤੁਸੀਂ ਆਪਣਾ ਨਾਮ ਤੋਂ ਇਲਾਵਾ 2 ਜਾਂ 3 ਕਿਹੜੇ ਲੀਡਰ ਸਮਝਦੇ ਹੋ ਜੋ ਪੰਜਾਬ ਬੀਜੇਪੀ ਦੀ ਲੀਡਰੀ ਕਰ ਸਕਦੇ ਨੇ ਇਸ ਵੇਲੇ, ਪ੍ਰਧਾਨਗੀ ਕਰ ਸਕਦੇ ਦੇਖੋ, ਨੇ? ਮੈਂ ਮੇਰੀ ਬੈਕਗ੍ਰਾਉਂਡ ਹੈਗੀ, ਆਮ ਅ ਸਪੋਰਟਸਮੈਨ। ਹੂੰ ਮੈਂ ਇਹ ਜਿਹਨੂੰ ਕਹਿੰਦੇ ਨੇ ਨੋਮੀਨੇਸ਼ਨਸ 'ਚ ਬਿਲੀਵ ਨਹੀਂ ਕਰਦਾ ਹੈਗਾ, ਮੈਂ ਬਿਲੀਵ ਕਰਦਾ ਪਰਫਾਰਮੈਂਸ 'ਚ। ਹੂੰ if somebody is performing, ਚਾਹੇ ਉਹ ਕੋਈ ਵੀ ਚਿਹਰਾ ਹੋਵੇ, he or she could become the leader of the state, ਤੁਹਾਡੇ he or ਜ਼ਹਿਨ 'ਚ she ਹੁੰਦੇ ਹੋਣਗੇ 2-3 ਚਿਹਰੇ, ਦੇਖੋ ਨਹੀਂ ਆਪਣਾ ਨਾਮ ਹੁੰਦਾ ਤੁਹਾਨੂੰ ਆਉਂਦਾ ਕਿ ਤੁਸੀਂ ਕੱਲ ਨੂੰ ਜੇ ਬੀਜੇਪੀ ਤੁਹਾਨੂੰ ਇਹ ਜ਼ਿੰਮੇਵਾਰੀ ਦੇਵੇ? ਨਹੀਂ, ਮੇਰੀ ਗੱਲ ਹੀ ਨਹੀਂ ਮੈਂ ਕਰ ਰਿਹਾ, ਮੈਂ ਕਹਿ ਰਿਹਾ ਮੈਂ ਬਿਲੀਵ ਕਰਦਾ ਪਰਫਾਰਮੈਂਸ 'ਚ। ਮੈਂ ਸਪੋਰਟਸਮੈਨ ਰਿਹਾ ਸ਼ੁਰੂ ਤੋਂ ਹੀ। I was shooting for India, I was national champion, I was represented India, मैं हिंदुस्तान ਨੂੰ ਰਿਪਰੈਜ਼ੈਂਟ ਕੀਤਾ ਹੈ ਨਿਸ਼ਾਨੇਬਾਜ਼ੀ 'ਚ। ਮੈਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਵਿਨਰ ਹਾਂ। ਸੋ ਮੈਂ ਇਸ ਕਰਕੇ ਇਹ ਬਿਲੀਵ ਹੀ ਨਹੀਂ ਕਰਦਾ ਕਿ ਇੱਥੋਂ ਬੰਦਾ ਚੱਕ ਕੇ ਇਸ ਗੋਟੀ ਨੂੰ ਚੱਕ ਕੇ ਇੱਥੇ ਇਹਨੂੰ ਕਹੋ ਜੀ ਇਹਨੂੰ ਲੀਡਰ ਬਣਾ ਦਿਓ। ਇਸ ਤਰ੍ਹਾਂ ਲੀਡਰਸ਼ਿਪ ਨਹੀਂ ਬਣਦੀ ਗੀ। ਤੇ ਨਾ ਹੀ ਭਾਰਤੀ ਜਨਤਾ ਪਾਰਟੀ ਦੀ ਇਹ ਕੋਈ ਇਸ ਤਰ੍ਹਾਂ ਦੀ ਆਈਡੀਓਲੋਜੀ ਹੈਗੀ ਹੈ। ਦੇ ਬਿਲੀਵ ਇਨ ਪਰਫਾਰਮੈਂਸ, ਦੇ ਬਿਲੀਵ ਇਨ ਐਕਸੈਪਟੇਬਿਲਿਟੀ। ਪਰਫਾਰਮੈਂਸ ਸਾਡੀ ਹੁਣ ਤੱਕ ਵੀ ਤੁਹਾਡੀ ਵੀ ਠੀਕ ਰਹੀ ਹੈ, ਠੀਕ ਹੈ। 20,000 ਵੋਟਾਂ ਦਾ ਵਾਅਦਾ ਤੁਸੀਂ ਸੰਗਰੂਰ 'ਚ ਕਰਤਾ। ਮੈਂ ਤਾਂ ਉਹੀ ਗੱਲ ਕਹਿ ਰਿਹਾ ਕਿ ਦਿਸ ਹੈਜ਼ ਟੂ ਬੀ ਸੀਨ ਬਾਈ ਦੀ ਸੀਨੀਅਰ ਲੀਡਰਸ, ਬਾਈ ਦੀ ਲੀਡਰਸ਼ਿਪ, ਕਿ ਉਹ ਕੀ ਕਰਨਾ ਚਾਹੁੰਦੇ ਨੇ। ਲੇਕਿਨ ਇਸ ਵੇਲੇ ਸਾਰੇ ਜਿਹੜੇ ਸੱਚਾਈਆਂ ਨੇ ਜਾਂ ਗਰਾਊਂਡ ਰਿਐਲਿਟੀ ਹੈ, ਉਹਨੂੰ ਅਸੀਂ ਇੱਕ ਸ਼ੇਪ ਦੇ ਰਹੇ ਹੈਗੇ ਆ ਵੀ ਇਸ ਵੇਲੇ ਗਰਾਊਂਡ ਰਿਐਲਿਟੀ ਕੀ ਹੈ, ਉਹ ਉੱਗੜ ਕੇ ਅੱਗੇ ਲੀਡਰਸ਼ਿਪ ਦੇ ਅੱਗੇ ਆ ਰਹੀ ਹੈਗੀ। ਬਿਲਕੁਲ, ਇਹ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਕਿ ਕੀ ਸਮਾਂ ਲੱਗ ਰਿਹਾ ਬੀਜੇਪੀ ਨੂੰ ਚੀਜ਼ ਸਮਝਣ ਲਈ ਕਿ ਕੰਫਰਟੇਬਲ ਕਲਚਰ ਕਿੱਦਾਂ ਦਾ ਬੀਜੇਪੀ ਦਾ, ਜਿਹੜੀ ਚੀਜ਼ ਤੁਸੀਂ ਸਮਝਾਉਣਾ ਚਾਹੁੰਦੇ ਹੋ ਕਿ ਉਹ ਈਜ਼ੀਲੀ ਸਮਝੀ ਜਾ ਰਹੀ ਹੈ ਉੱਪਰ ਤੱਕ? ਕਿਉਂਕਿ ਮੈਂ ਸਮਝਦਾ ਕਿ ਇਹ ਜਿਹੜਾ ਬੀਜੇਪੀ ਦਾ ਕਲਚਰ ਔਰ ਕਾਂਗਰਸ ਦੇ ਕਲਚਰ ਦੇ ਵਿੱਚ ਕਾਫੀ ਅੰਤਰ ਹੈਗਾ। ਤੁਸੀਂ ਇਸ ਕਲਚਰ ਦੇ ਵਿੱਚ ਕੰਫਰਟੇਬਲ, ਔਰ ਕੀ ਇਹ ਕਲਚਰ ਵਧੀਆ ਕਲਚਰ ਦਾ ਮੈਂ ਕਹਿਣ ਦਾ ਮਤਲਬ ਹੈ ਕਿ ਇੱਥੇ ਗੱਲ ਜਿਹੜੀ ਹੈ ਜੋ ਤੁਸੀਂ ਸੋਚਦੇ ਹੋ ਉੱਪਰ ਤੱਕ ਉਹ ਸੋਚ ਚਲੀ ਜਾਂਦੀ ਹੈ ਕਿ ਥੱਲੇ? ਤੁਹਾਡਾ ਸਵਾਲ ਬਹੁਤ ਅਹਿਮ ਹੈ ਔਰ ਮੈਂ ਇਹਦੇ ਨਾਲ ਹੀ ਸਹਿਮਤ ਹਾਂ ਕਿ ਕਾਂਗਰਸ ਦੀ ਸੋਚ ਤੇ ਭਾਰਤੀ ਜਨਤਾ ਪਾਰਟੀ ਦੀ ਸੋਚ ਜ਼ਮੀਨ ਅਸਮਾਨ ਦਾ ਫਰਕ ਹੈ। ਜੋ ਗੱਲ ਇੱਥੇ ਕਹੀ ਜਾਂਦੀ ਹੈ, ਕਿਸੇ ਵੀ ਲੈਵਲ ਤੇ ਕਹੀ ਜਾਂਦੀ ਹੈ, ਉਹ ਤੁਰ ਉੱਪਰ ਤੱਕ ਜਾਂਦੀ ਹੈ ਔਰ ਉਹਦੇ ਤੇ ਵਿਚਾਰ ਹੁੰਦਾ ਹੈ, ਉਹਦੇ ਤੇ ਚਰਚਾ ਹੁੰਦੀ ਹੈ ਔਰ ਉਹਨੂੰ ਇੱਕ ਇੰਪੋਰਟੈਂਟ ਗੱਲ ਸਮਝ ਕੇ ਉਹਦੇ ਤੇ ਡਿਸਕਸ਼ਨ ਵਾਸਤੇ ਹਾਈ ਲੈਵਲ ਤੇ ਇਹਦੀ ਚਰਚਾ ਹੁੰਦੀ ਹੈ ਔਰ ਉਹਦੇ ਤੇ ਫੈਸਲੇ ਵੀ ਲਏ ਜਾਂਦੇ ਨੇ। ਸੋ ਇਸ ਕਰਕੇ ਮੈਂ ਬੜੀ ਡਿਸਪਲਿਨ ਪਾਰਟੀ ਹੈ, ਜ਼ਮੀਨ ਅਸਮਾਨ ਦਾ ਫਰਕ ਮੈਂ ਤਾਂ ਹੀ ਕਹਿ ਰਿਹਾ। ਤੇ ਦੇਖੋ, ਕਾਂਗਰਸ ਪਾਰਟੀ ਤਾਂ ਇੱਕ ਉਹ ਸਰਾਂ ਹੈ ਵੀ ਜਿਹਦੇ ਨਾ ਬੂਹੇ ਨੇ ਨਾ ਬਾਰੀਆਂ ਨੇ, ਜਿਹੜਾ ਕੋਈ ਮਰਜ਼ੀ ਅੰਦਰ ਚਲਾ ਜਾਏ ਤੇ ਜਦੋਂ ਮਰਜ਼ੀ ਕੋਈ ਬਾਹਰ ਨਿਕਲ ਜਾਏ। ਉਦੋਂ ਕਾਂਗਰਸ ਦੇ ਲੀਡਰ ਰੱਖ ਲੈਂਦੇ ਸੀ, ਗੱਲ ਆਪਣੀ ਖੁੱਲ ਕੇ ਰੱਖ ਵੀ ਲੈਂਦੇ ਸੀ, ਬੋਲ ਵੀ ਦਿੰਦੇ ਸੀ, ਫਿਰ ਨਾਰਾਜ਼ ਹੋ ਜਾਂਦੇ ਸੀ, ਫਿਰ ਮਨਾ ਵੀ ਲੈਂਦੇ ਸੀ, ਫਿਰ ਅੱਜ ਉਸ ਨਾਰਾਜ਼ਗੀ ਦਾ ਹਰਜਾਨਾ ਭੁਗਤ ਰਹੀ ਕਾਂਗਰਸ। ਜਲੰਧਰ 'ਚ ਸਾਰੇ ਇਕੱਠੇ ਹੋ ਗਏ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੋ ਤਮਾਸ਼ਾ 2022 ਸੈਪਟੈਂਬਰ 'ਚ ਹੋਇਆ ਹੈ, ਕਦੀ ਪੰਜਾਬ ਨੇ ਵਿਟਨੈਸ ਕੀਤਾ? ਉਸ ਤਰ੍ਹਾਂ ਦੇ ਤਮਾਸ਼ੇ ਹੋਏ ਨੇ ਕਿ ਇੱਕ ਚੰਗੀ ਭਲੀ ਇੱਕ ਸਰਕਾਰ ਚੱਲਦੀ ਹੋਈ, ਗਵਰਨਮੈਂਟ ਚੱਲਦੀ ਹੋਈ, ਅਸੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 3 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਕਹਿੰਦੇ ਵੀ ਇਹਨੂੰ ਲਾ ਦਿਓ, ਫਿਰ ਸਾਨੂੰ ਇਹ ਨਹੀਂ ਪਤਾ ਹੈਗਾ ਕਾਂਗਰਸ ਪਾਰਟੀ ਨੂੰ ਵੀ ਬਣਾਉਣਾ ਕਿਹਨੂੰ ਹੈ। ਦੇ ਆਰ ਨਾਟ ਕਲੀਅਰ। ਇੱਕੋ ਦਿਨ ਹੀ 3 ਘਰਾਂ 'ਚ ਢੋਲ ਵੱਜ ਰਹੇ ਨੇ। ਲੋਕ, ਪੱਤਰਕਾਰ ਇੱਕ ਘਰ ਚੋਂ ਨਿਕਲੇ ਵੀ ਇਹ ਮੁੱਖ ਮੰਤਰੀ ਬਣ ਰਿਹਾ, ਉਹ ਕਹਿੰਦੇ ਉਹ ਨਹੀਂ, ਦੂਜੇ ਤੇ ਚੱਲੋ, ਭੱਜ ਕੇ ਲੋਕ ਦੂਸਰੇ ਘਰ 'ਚ ਜਾਂਦੇ, ਫਿਰ ਤੀਸਰੇ 'ਚ ਜਾਂਦੇ ਨੇ। ਤਾਂ ਇਹ ਇਜ਼ ਇਟ ਅ ਚਾਈਲਡਸ ਪਲੇ? ਪਰ ਉਹੀ ਸਾਰੇ ਲੀਡਰ, ਉਹੀ ਸਾਰੇ, ਤੁਹਾਨੂੰ ਤੁਸੀਂ ਤਾਂ ਬਾਹਰ ਹੋ ਗਏ ਉਸ ਪਾਰਟੀ 'ਚੋਂ, ਕੈਪਟਨ ਅਮਰਿੰਦਰ ਸਿੰਘ ਵੀ ਬਾਹਰ ਹੋ ਗਏ, ਪਰ ਉਹ ਸਾਰੇ ਇਕੱਠੇ ਹੋ ਗਏ। ਹੁਣ ਉਹ ਜਲੰਧਰ ਦੇ ਵਿੱਚ ਵੀ ਇਕੱਠੇ ਨੇ, ਪ੍ਰਤਾਪ ਬਾਜਵਾ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਆ ਗਏ, ਅੱਜ ਉਹ ਪ੍ਰਚਾਰ ਕਰ ਰਹੇ ਨੇ। ਤੁਸੀਂ ਦੇਖਣਾ, ਅਸੀਂ ਹੁਣ ਇਕੱਠੇ ਆ, ਆਪਾਂ ਕਾਂਗਰਸ ਨੂੰ ਜਿਤਾਉਣਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਾਂਗਰਸ ਦਾ ਹਾਲ ਸੰਗਰੂਰ 'ਚ ਕੀ ਹੋਇਆ? ਕਾਂਗਰਸ ਦਾ ਹਾਲ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਰਿਜ਼ਾਈਨ ਕੀਤਾ ਔਰ ਮੈਂ ਉਹਨਾਂ ਦੇ ਨਾਲ ਰਿਜ਼ਾਈਨ ਕੀਤਾ, ਉਸ ਦਿਨ ਅਸੀਂ 81 ਮੈਂਬਰ ਸੀ ਹਾਊਸ 'ਚ। ਜਦੋਂ ਵਾਪਸ ਆਏ 2-3 ਮਹੀਨਿਆਂ ਬਾਅਦ 2022 ਦੇ ਜਿਹੜੇ ਇਲੈਕਸ਼ਨ ਤੋਂ ਬਾਅਦ, ਉਦੋਂ 18 ਰਹਿ ਗਏ। ਠੀਕ ਗੱਲ ਹੈ। ਤੇ ਇਹ ਇਹਨਾਂ ਦੀ ਵਜ੍ਹਾ ਕਰਕੇ ਹੀ ਹੋਇਆ। ਪਰ ਉਹ ਕਹਿੰਦੇ ਕਿ ਨੈਸ਼ਨਲ ਲੀਡਰਸ਼ਿਪ ਵੀ ਬੜੀ ਤਜਰਬੇਕਾਰ ਹੋ ਗਈ। ਰਾਹੁਲ ਗਾਂਧੀ 3500 ਕਿਲੋਮੀਟਰ ਪੈਦਲ ਚੱਲਦੇ ਨੇ, ਮੁੱਦੇ ਵੱਡੇ ਚੱਕਦੇ ਨੇ। ਜੇ ਪੈਦਲ ਚੱਲਿਆ ਹੀ ਬੰਦਾ ਇੰਟੈਲੀਜੈਂਟ ਹੋ ਜਾਂਦਾ ਤੇ ਤਜਰਬਾ ਆ ਜਾਂਦਾ, ਤੇ ਪੈਦਲ ਚੱਲਣ ਵਾਲੇ ਤਾਂ ਬਹੁਤ ਨੇ। ਰਾਹੁਲ ਗਾਂਧੀ ਜੀ ਕੋਈ ਪਹਿਲੀ ਵਾਰੀ ਥੋੜ੍ਹਾ ਚੱਲੇ ਨੇ, ਪੈਦਲ ਚੱਲਣ ਨਾਲ ਨਹੀਂ ਆਉਂਦੀਗੀ। ਇਹ ਤਾਂ ਦਿਮਾਗ 'ਚ ਚੱਲਣਾ ਪੈਂਦਾ ਹੈਗਾ ਵੀ ਦਿਮਾਗ ਕੀ, ਲੋਕਾਂ ਦੀ ਸਾਈਕ ਸਮਝ ਨਹੀਂ ਪੈਂਦੀ ਹੈ। ਤੁਸੀਂ ਮਿਸ ਕਰਦੇ ਹੋ ਕਾਂਗਰਸ ਨੂੰ? ਮੈਂ ਬਿਲਕੁਲ ਨਹੀਂ ਮਿਸ ਕਰਦਾ। ਮੈਨੂੰ ਇੱਕ ਜ਼ਰੂਰ ਅਫਸੋਸ ਹੈ ਕਿ ਜਿਸ ਲਹਿਜ਼ੇ ਦੇ ਨਾਲ, ਜਿਸ ਤਮੰਨਾ ਦੇ ਨਾਲ, ਜਿਸ ਲਾਇਲਟੀ ਦੇ ਨਾਲ ਮੈਂ ਕਾਂਗਰਸ 'ਚ ਕੰਮ ਕੀਤਾ ਹੈ,
ਉਹਦਾ ਮੈਨੂੰ ਪਛਤਾਵਾ ਜ਼ਰੂਰ ਹੁੰਦਾ ਕਿ ਇਸ ਪਾਰਟੀ ਨੇ, ਕਹਿੰਦੇ ਨੇ ਪੈਰ ਤੇ ਘੋੜਾ ਨਹੀਂ ਮਾਰਾ, ਘੋੜੇ ਤੇ ਜਾ ਕੇ ਪੈਰ ਮਾਰੇ। ਹੂੰ ਇਹਨਾਂ ਨੇ ਉਸ ਸ਼ਾਖ ਨੂੰ ਕੱਟਿਆ ਜਿਹੜੀ ਸ਼ਾਖ ਤੇ ਖੁੱਟ ਬੈਠੇ ਹੋਏ ਸੀ। ਇਹ ਅਫਸੋਸ ਜ਼ਰੂਰ ਹੁੰਦਾ ਹੈ। ਹੂੰ ਲੇਕਿਨ ਉਹਦੇ ਮੁਤਾਬਕ ਜਾਂ ਉਹਦੇ ਮੁਕਾਬਲੇ 'ਚ ਉਹਦੇ ਕੰਪੀਟੀਸ਼ਨ ਜੇ ਸੀ ਭਾਰਤੀ ਜਨਤਾ ਪਾਰਟੀ ਤੁਸੀਂ ਕਦੀ ਰਿਅਲਾਈਜ਼ ਕੀਤਾ ਵੀ 2 ਸੀਟਾਂ ਤੋਂ ਅੱਜ 313 ਜਾਂ 15 ਸੀਟਾਂ ਤੇ ਕਿਵੇਂ ਪਹੁੰਚੀ ਹੈ? ਬਿਕੋਜ਼ ਆਫ देयर परफॉर्मेंस ਐਂਡ ਡਿਸਪਲਿਨ, ਬਿਕੋਜ਼ ਆਫ देयर ਕਮਿਟਮੈਂਟ। ਕਿਉਂਕਿ ਨੀਤੀ ਔਰ ਨੀਅਤ 'ਚ ਕੋਈ ਫਰਕ ਨਹੀਂ। ਹੂੰ ਔਰ ਉਹੀ ਕਾਂਗਰਸ ਪਾਰਟੀ ਜਿਹੜੀ ਰਾਜੀਵ ਗਾਂਧੀ ਦੇ ਵੇਲੇ 400 ਕਿੰਨੀਆਂ ਸੀਟਾਂ ਅਸੀਂ ਜਿੱਤ ਕੇ ਆਏ ਸੀਗੇ, ਹੂੰ ਅੱਜ ਸਾਡਾ ਹੈਗਾ ਵੀ ਅਸੀਂ 40 ਤੇ ਆ ਗਏ। ਇਹ ਹਾਲ ਹੈ। ਪਰ ਜਿਸ ਤਰ੍ਹਾਂ ਤੁਸੀਂ ਪਾਰਟੀ ਦੇ ਲਾਇਲਿਸਟ ਸੀਗੇ, ਆਪਣੇ ਲੀਡਰ ਦੇ ਵੀ ਲਾਇਲਿਸਟ ਰਹੇ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ, ਡਟ ਕੇ ਖੜੇ ਰਹੇ। ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਆ ਜਾਂਦੇ ਨੇ, ਕਦੀ ਹਵਾਵਾਂ ਆਉਂਦੀਆਂ ਨੇ ਕਿ ਉਹਨਾਂ ਨੂੰ ਮਹਾਰਾਸ਼ਟਰ ਦਾ ਗਵਰਨਰ ਬਣਾਇਆ ਜਾ ਰਿਹਾ, ਕਦੀ ਕਿਹਾ ਜਾਂਦਾ ਕਿ ਵਾਈਸ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਵੀ ਬਣਾਇਆ ਜਾ ਸਕਦਾ ਉਹਨਾਂ ਨੂੰ। ਪਰ ਕਿਤੇ ਕੈਪਟਨ ਅਮਰਿੰਦਰ ਸਿੰਘ ਐਡਜਸਟ ਹੁੰਦੇ ਵਿਖਾਈ ਨਹੀਂ ਦੇ ਰਹੇ। ਕਿਤੇ ਲੋਨਲੀ ਫੀਲ ਤੇ ਨਹੀਂ ਕਰ ਰਹੇ ਬੀਜੇਪੀ 'ਚ ਆ ਕੇ? ਨਹੀਂ, ਬਿਲਕੁਲ ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। कैप्टन अमरिंदर सिंह इज़ अ वेरी इंपॉर्टेंट लीडर एज फार एज पंजाब इज़ कंसर्न। और कैप्टन अमरिंदर सिंह जी की बहुत इज्जत है भारतीय जनता पार्टी च। सिर्फ क्योंकि पिछे जी उन्हों की सेहत ठीक नहीं सीगी, उन्हों का ऑपरेशन होना सी, वो गए सी वेरीअस उन्हों की जी लंडन गए, फिर होर चैकअप कराने वास्ते हुण भी दिल्ली जाना पैंदा है। तो इस करके थोड़ा जिहा वो लोगों के ਵਿੱਚ ਨਹੀਂ ਆ ਸਕੇਗੇ। तो ऐसी कोई पार्टी किसी ਵੱਡੇ ਅਹੁਦੇ ਤੇ ਉਹਨਾਂ ਨੂੰ ਐਡਜਸਟ ਕਰਨਾ ਚਾਹੁੰਦੀ ਹੈ ਜਾਂ ਉਹਦੇ ਨਾਲ ਨਵਾਜ਼ਣਾ ਚਾਹੁੰਦੀ ਹੈ? ਕਦੀ ਵੀ ਕਰ ਸਕਦੀ ਹੈ। ਹੀ ਡਿਜ਼ਰਵਸ ਇਟ। ਕਿਉਂ ਨਹੀਂ ਕਰ ਸਕਦੇਗੇ? ਜਿਹੜੀ ਸਟੇਟ ਦੀ ਲੀਡਰਸ਼ਿਪ ਮਿਲਦੀ ਰਹਿੰਦੀ ਕੈਪਟਨ ਅਮਰਿੰਦਰ ਸਿੰਘ ਨੂੰ, ਸਲਾਹ ਮਸ਼ਵਰਾ ਹੁੰਦਾ ਰਹਿੰਦਾ, ਜਿੱਦਾਂ ਹੁਣ ਇੰਨਾ ਵੱਡਾ ਟੈਸਟ ਚੱਲ ਰਿਹਾ। ਬਿਲਕੁਲ ਸਟੇਟ ਦੀ ਜਿਹੜੀ ਵੀ ਸਾਡੀ ਲੀਡਰਸ਼ਿਪ ਹੈ, ਚਾਹੇ ਅਸ਼ਵਨੀ ਜੀ ਸਾਡੇ ਪ੍ਰਧਾਨ ਨੇ ਮਾਨਯੋਗ, ਉਹ ਵੀ ਜਾ ਕੇ ਮਿਲ ਕੇ ਆਉਂਦੇ ਨੇ। ਜਿਹੜੇ ਦੂਸਰੇ ਸੈਂਟਰ ਚੋਂ ਲੀਡਰ ਆਉਂਦੇ ਨੇ, ਸ਼ੇਖਾਵਤ ਸਾਹਿਬ ਆਉਂਦੇ ਨੇ, ਉਹ ਵੀ ਮਿਲਣ ਜਾਂਦੇ ਨੇ, ਅਸੀਂ ਵੀ ਮਿਲਣ ਜਾਂਦੇ ਹਾਂ। ਸੋ ਉਹਨਾਂ ਦੀ ਗਾਈਡੈਂਸ ਲਈਦੀ ਹੈ। ਤੁਸੀਂ ਜਿਵੇਂ ਗੁਰੂ ਹਰਸਾਏ ਤੋਂ ਆਉਂਦੇ ਹੋ, ਫਿਰੋਜ਼ਪੁਰ ਤੋਂ ਵੀ ਤੁਸੀਂ ਇਲੈਕਸ਼ਨ ਲੜੇ, ਹੁਣ ਹੋ ਸਕਦਾ ਕਿ ਅੱਗੇ ਤੁਸੀਂ ਫਿਰੋਜ਼ਪੁਰ ਦੇ ਉਮੀਦਵਾਰ ਵੀ ਬਣੋ 2024 ਦੇ ਵਿੱਚ ਵੀ। ਪੇਂਡੂ ਖੇਤਰ ਤੁਹਾਡਾ ਤੇ ਤੁਸੀਂ ਜ਼ਿਆਦਾ ਚੰਗੇ ਤਰੀਕੇ ਨਾਲ ਜਾਣਦੇ ਹੋ ਕਿ ਜ਼ਿਆਦਾ ਪੇਂਡੂ ਇਲਾਕਾ ਉੱਥੇ ਹੈ। ਬੀਜੇਪੀ ਸ਼ਹਿਰਾਂ ਦੇ ਵਿੱਚ ਤਾਂ ਕਾਡਰ ਹੈਗਾ, ਪਰ ਪੇਂਡੂ ਖੇਤਰ ਦੇ ਵਿੱਚ ਕੀ ਉਸ ਤਰ੍ਹਾਂ ਪਰਫਾਰਮ ਕਰ ਪਾ ਰਹੀ ਹੈ ਜਿਸ ਤਰ੍ਹਾਂ ਦਾ ਪਰਫਾਰਮੈਂਸ ਹੋਣੀ ਚਾਹੀਦੀ ਬੀਜੇਪੀ ਦੀ? ਮੈਂ ਤੁਹਾਨੂੰ ਦੱਸਣਾ ਚਾਹਣਾ ਅੱਜ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਕਿ ਫਿਰੋਜ਼ਪੁਰ ਦੇ ਵਿੱਚ, ਤੁਸੀਂ ਫਿਰੋਜ਼ਪੁਰ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਆਪਣਾ ਪਰਸਨਲ ਤਜਰਬਾ ਦੱਸਣ ਲੱਗਾ ਕਿ ਪਿੰਡਾਂ ਦੇ ਲੋਕ ਇੰਨੀ ਤੇਜ਼ੀ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰ ਰਹੇ ਨੇ, ਸ਼ਾਮਲ ਹੋ ਰਹੇ ਨੇ ਕਿ ਐਸੀ ਕੋਈ, ਸ਼ਾਇਦ ਸਾਡੇ ਪਾਰਟੀ ਦੇ ਜਿਹੜੇ ਕਾਰਿਆਕਰਤਾ ਉਹਨਾਂ ਨੂੰ ਵੀ ਇਹ ਇੰਨਾ ਨਹੀਂ ਸੀ ਉਮੀਦ ਕਿ ਇਸ ਤੇਜ਼ੀ ਦੇ ਨਾਲ ਜਿਹੜੇ ਲੋਕ ਨੇ ਐਡੀ ਜਲਦੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਉਹਦੇ ਪਿੱਛੇ ਲੱਗਣਗੇ ਜਾਂ ਉਹਨਾਂ ਦੀ ਨੀਤ ਔਰ ਨੀਤੀਆਂ ਤੇ ਚੱਲਣਗੇ। ਅੱਜ ਅਸੀਂ ਮੇਰੇ ਫਿਰੋਜ਼ਪੁਰ ਦੇ ਹਲਕੇ 'ਚ 127 ਪਿੰਡ ਪੈਂਦੇ ਨੇ, ਮੇਰੇ ਗੁਰੂ ਸਾਹਿਬ ਦੇ ਵਿੱਚ 225 ਪਿੰਡ ਪੈਂਦੇ ਨੇ। ਕੋਈ ਪਿੰਡ ਐਸਾ ਨਹੀਂ ਜਿੱਥੋਂ ਦੇ ਲੋਕ ਮੇਰੇ ਕੋਲ ਆ ਕੇ ਆਪਣੀਆਂ ਦੁੱਖੜਾ ਨਹੀਂ ਰੋਂਦੇ ਔਰ ਉਹ ਨਾਲ ਰਲਦੇ ਨੇ ਔਰ ਅਸੀਂ ਉਹਨਾਂ ਨੂੰ ਜੁਆਇਨਿੰਗ ਕਰਾ ਰਹੇ। ਕਿਹੜੀ ਪਾਰਟੀਆਂ ਤੋਂ ਜ਼ਿਆਦਾ ਰਲਾ ਰਹੇ ਹੋ ਤੁਸੀਂ? ਕਿਹੜੀ ਪਾਰਟੀ ਛੱਡ ਕੇ ਬੀਜੇਪੀ ਚ ਆ ਰਹੇ ਨੇ? ਕੋਈ ਇਸ ਤਰ੍ਹਾਂ ਦਾ? ਕਾਂਗਰਸ ਤੇ ਅਕਾਲੀ ਦਲ ਦੋਨਾਂ ਦੇ। ਦੇਖੋ ਆਮ ਆਦਮੀ ਪਾਰਟੀ ਦਾ ਤਾਂ ਕਾਡਰ ਹੀ ਨਹੀਂ ਨਾ ਹੈਗਾ, ਉਹਨਾਂ ਦੇ ਤਾਂ ਬੰਦੇ ਹੀ ਹੈ ਨਹੀਂਗੇ। ਉਹ ਤਾਂ ਇੱਕ ਜਿਹਨੂੰ ਕਹਿੰਦੇ ਨੇ ਰਿਟੈਲੀਏਸ਼ਨ ਸੀ, ਉਹਦੇ ਵਿੱਚ ਉਹ ਤਾਂ ਇੱਕ ਪਾਣੀ ਦਾ ਬੁਲਬੁਲਾ ਹੈ ਉਹਦੇ ਵਿੱਚ, ਕਿਉਂਕਿ ਲੋਕ ਕਾਂਗਰਸ ਔਰ ਅਕਾਲੀ ਦਲ ਨੂੰ ਇੱਕ ਬਦਲਾਅ ਜਾਂ ਸਬਕ ਕਹਿ ਲਓ ਪੰਜਾਬੀ ਸਿਖਾਉਣਾ ਚਾਹੁੰਦੇ ਸੀ। ਉਹਦੇ ਬਨਿਸਬਤ ਉਹਨਾਂ ਨੇ ਜਿਹੜੀ ਵੋਟ ਹੈਗੀ ਹੈ ਉਹ ਆਮ ਆਦਮੀ ਪਾਰਟੀ ਨੂੰ ਪਾਤੀ, ਕਿਉਂਕਿ ਬੀਜੇਪੀ ਨੂੰ ਲੋਕਾਂ ਦੀ ਉਸ ਵੇਲੇ ਇਹ ਸੋਚ ਸੀ ਵੀ ਇਹਨਾਂ ਦਾ ਕਾਡਰ ਆਲ ਓਵਰ ਪੰਜਾਬ ਨਹੀਂ ਹੈਗਾਗਾ ਤੇ ਇਹਨਾਂ ਕੋਲੋਂ ਗਵਰਨਮੈਂਟ ਨਹੀਂ ਬਣਨੀ। ਜੇ ਸਾਡੇ ਉਦੋਂ 20-22 MLA ਜਿਵੇਂ ਇਹਨਾਂ ਦੇ ਸੀਗੇ, ਜੇ ਸਾਡੇ 20-22 MLA ਹੁੰਦੇ ਉਦੋਂ ਭਾਰਤੀ ਜਨਤਾ ਪਾਰਟੀ ਦੇ, ਤੇ ਚੁਆਇਸ ਵੁੱਡ ਹੈਵ ਬੀਨ ਬੀਜੇਪੀ, ਗਵਰਨਮੈਂਟ ਬੀਜੇਪੀ ਦੀ ਬਣਨੀ ਸੀ। ਫਿਰੋਜ਼ਪੁਰ ਲੋਕ ਸਭਾ ਹਲਕੇ ਲਈ ਤੁਸੀਂ ਤਿਆਰੀ ਕਰ ਰਹੇ ਹੋ? ਦੇਖੋ ਮੇਰੀ ਤਾਂ ਤਿਆਰੀ ਹਮੇਸ਼ਾ ਹੀ ਰਹੀ ਹੈ ਜੀ। ਮੈਂ ਫਿਰੋਜ਼ਪੁਰ ਹਲਕੇ ਦਾ ਜੰਮਪਲ ਹੈਗਾ, ਗੁਰੂ ਹਰਸਾਏ ਤੋਂ 4 ਦਫਾ MLA ਬਣਿਆ, ਲਗਾਤਾਰ ਬਣਿਆ। ਫਿਰੋਜ਼ਪੁਰ ਚ ਮੈਂ ਐਤਕੀ ਜਿਹੜਾ ਸਿਟੀ ਹੈ ਉਹ ਉੱਥੇ ਇਲੈਕਸ਼ਨ ਲੜਿਆ ਔਰ ਜਿਹੜਾ ਰੂਰਲ ਦਾ ਅੱਧਾ ਹਿੱਸਾ ਹੈਗਾ ਉਹ ਵੀ ਮੇਰਾ ਗੁਰੂ ਸਾਹਿਬ ਦਾ ਹਿੱਸਾ ਰਿਹਾ। ਸੋ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ, ਜੋ ਲੜਾਉਣਗੇ ਤਾਂ ਲੜਾਂਗੇ, ਜੇ ਕਿਸੇ ਹੋਰ ਦੀ ਮਦਦ ਕਰਨ ਵਾਸਤੇ ਕਹਿਣਗੇ ਤਾਂ ਉੱਥੇ ਮਦਦ ਕਰਾਂਗੇ। ਜਲੰਧਰ ਜ਼ਿਮਨੀ ਚੋਣਾਂ ਤੇ ਆ ਜਾਂਦੇ ਆ, ਕਾਂਗਰਸ ਦੀ ਰਿਵਾਇਤੀ ਸੀਟ ਰਹੀ ਹੈ ਔਰ ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ ਕਿ ਅਸੀਂ ਤਾਂ ਕੰਮ ਬਹੁਤ ਕੀਤੇ, ਕੱਟੜ ਇਮਾਨਦਾਰ ਸਰਕਾਰ ਚਲਾ ਰਹੇ ਹਾਂ, ਰੈਵਨਿਊ ਵਧਾਤਾ,
ਲਾਅ ਐਂਡ ਆਰਡਰ ਠੀਕ ਕਰਤਾ, ਉਹ ਕੰਮ ਨੂੰ ਲੈ ਕੇ ਪ੍ਰਚਾਰ ਕਰ ਰਹੇ ਨੇ ਇੱਥੇ। ਦੂਜੇ ਪਾਸੇ ਕਾਂਗਰਸ ਦੀ ਰਵਾਇਤੀ ਸੀਟ ਰਹੀ ਹੈ, ਅਕਾਲੀ ਦਲ ਪੇਂਡੂ ਹਲਕੇ ਪੈਂਦੇ ਨੇ ਇੱਥੇ 5, ਉਹ ਅਕਾਲੀ ਦਲ ਦਾ ਉੱਥੇ ਕੋਰ ਵੋਟ ਬੈਂਕ ਰਿਹਾ ਇੱਕ। ਫਿਰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਜਿਹੜੀ ਇਹ ਮੈਂ ਵਾਲੀ ਗੱਲ ਹੈ ਨਾ ਜੀ, ਵੀ ਅਸੀਂ ਆਹ ਕਰਤਾ ਉਹ ਕਰਤਾ, ਇਹ ਤਾਂ ਲੋਕ ਦੱਸਣਗੇ। ਕਿਸੇ ਨੇ ਕਿਹਾ ਸੀਗਾ, ਕਿਸੇ ਨਾਈ ਨੂੰ ਪੁੱਛ ਲਿਆ ਸੀਗਾ ਵੀ ਭਾਈ ਮੇਰੇ ਵਾਲ ਕਿੱਡੇ ਕਿੱਡੇ, ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਬੈਠੇ ਰਹੋ, ਤੁਹਾਡੇ ਸਾਹਮਣੇ ਆ ਜਾਣੇ ਨੇ। ਇਹ ਤਾਂ 10 ਤਰੀਕ ਨੂੰ ਪਤਾ ਹੀ ਲੱਗ ਜਾਣਾ ਕਿ ਇਹਨਾਂ ਨੇ ਕਿਹੜੇ ਕੰਮ ਕੀਤੇ ਨੇ ਤੇ ਲੋਕਾਂ ਨੇ ਕਿੰਨਾ ਕੁ ਇਹਨਾਂ ਨੂੰ ਸ਼ਾਬਾਸ਼ ਦੇਣੀ ਹੈ। ਕੋਈ ਕੰਮ ਨਹੀਂ ਹੋਏਗੇ ਤੇ ਨਾ ਹੀ ਲੋਕਾਂ ਨੇ ਸ਼ਾਬਾਸ਼ ਦੇਣੀ ਹੈ। ਤੁਸੀਂ ਇਹਦਾ ਸੰਗਰੂਰ ਤੋਂ ਹੀ ਦੇਖ ਲਓ, ਉਦੋਂ ਬਾਅਦ ਦੇਖਦੇ ਆਓ ਵੀ ਕੀ ਕੀ ਹੁੰਦਾ ਰਿਹਾ। ਕਿਆ ਲਾਅ ਐਂਡ ਆਰਡਰ ਇਸ ਵੇਲੇ ਸਹੀ ਚੱਲ ਰਿਹਾ? ਜਿਹੜੇ ਆਮ ਸੜਕਾਂ ਤੇ ਤੁਰੇ ਜਾਂਦੇ ਲੋਕ ਨੇ, ਉਹਨਾਂ ਕੋਲੋਂ ਪੁੱਛੋ ਕੀ ਹਾਲਾਤ ਨੇ। ਕਦੀ ਇਸ ਤਰ੍ਹਾਂ ਹੋਇਆ ਵੀ ਥਾਣੇ ਤੇ ਜਾ ਕੇ ਤੁਸੀਂ 4 ਬੰਦੇ ਜਾ ਕੇ ਥਾਣੇ ਚੋਂ ਬੰਦਾ ਤਲਵਾਰਾਂ ਦੇ ਨੰਗੀਆਂ ਤਲਵਾਰਾਂ ਦੇ ਨਾਲ ਹਮਲਾ ਕਰ ਦਿਓ? ਪਰ ਉਹਨਾਂ ਫਿਰ ਤੁਸੀਂ ਆਪੇ ਕਿਹਾ ਕਿ ਉਹ ਸਥਿਤੀ ਉਹਨਾਂ ਨੇ ਠੀਕ ਵੀ ਕਰ ਲਈ, ਜਦੋਂ ਜਿਸ ਤਰ੍ਹਾਂ ਦਾ ਆਪਰੇਸ਼ਨ ਚੱਲਿਆ ਆਪਰੇਸ਼ਨ ਠੀਕ ਵੀ ਸੀਗਾ। ਬਈ ਕੀ ਆਪਰੇਸ਼ਨ ਹੋਇਆ ਹੈ? ਤੁਸੀਂ ਮੇਰੀ ਗੱਲ ਨਹੀਂ ਸਮਝ। ਦੇਖੋ ਪਹਿਲਾਂ ਤੁਸੀਂ ਲਾਅ ਐਂਡ ਆਰਡਰ ਨੂੰ ਖਰਾਬ ਕਰੋ, ਫਿਰ ਤੁਸੀਂ ਬੰਦਿਆਂ ਨੂੰ ਕਹੋ ਜੀ ਵੀ ਇਹਨਾਂ ਨੂੰ ਅਰੈਸਟ ਕਰ ਲਓ, ਫਿਰ ਅੱਜ ਤਾਈਂ ਉਹਨਾਂ ਕੋਲ ਅੰਮ੍ਰਿਤਪਾਲ ਦਾ ਅਰੈਸਟ ਨਾ ਹੋਇਆ। 10 ਬੰਦੇ ਨਾਲ ਦੇ ਅਰੈਸਟ। ਪੰਜਾਬ ਚ ਚੌਂਕਾਂ ਤੇ ਬਹਿ ਜਾਓ ਜਾਂ ਥਾਣੇ ਤੇ ਬਹਿ ਜਾਓ, ਆਮ ਕਹਿ ਦਿੰਦੇ, ਕਹਿੰਦੇ ਏਜੰਸੀਆਂ ਦਾ ਬੰਦਾ ਸੀਗਾ ਅੰਮ੍ਰਿਤਪਾਲ, ਏਜੰਸੀਆਂ ਲੈ ਗਈਆਂ ਹੋਣਗੀਆਂ। ਦੇਖੋ ਮੇਰੀ ਗੱਲ ਸੁਣੋ, ਏਜੰਸੀ ਕਿਹੜੀ ਹੈ? ਏਜੰਸੀ ISI ਹੈ। ਲੋਕਾਂ ਨੂੰ ਨਹੀਂ ਪਤਾ, ਲੋਕ ਆਪਦੀ ਏਜੰਸੀ ਦਾ ਨਾਂ ਜੇ ਉਹਨਾਂ ਕੋਲ ਪੁੱਛੋਗੇ ਤੇ ISI ਦਾ ਹੀ ਨਾਂ ਲੈਣਗੇ। ਤੁਹਾਨੂੰ ਲੱਗਦਾ ਕਿ ISI ਦਾ ਇੰਨਾ ਨੈਟਵਰਕ ਹੋਏਗਾ ਕਿ ਪੰਜਾਬ ਦੇ ਵਿੱਚੋਂ, ਸ਼ਾਹਕੋਟ ਦੇ ਇਲਾਕੇ ਦੇ ਵਿੱਚੋਂ ਅੰਮ੍ਰਿਤਪਾਲ ਨੂੰ ਲੈ ਕੇ ਆਉਣਗੇ ਨਾਲ? ਬਈ ਸ਼ਾਹਕੋਟ ਦੇ ਇਲਾਕੇ ਚ ਨਹੀਂ, ਉਹਨਾਂ ਨੇ ਤਾਂ ਇਹਨੂੰ ਦੁਬਈ ਚ ਲਿਆ। ਇਹਨਾਂ ਨੇ ਤਾਂ ਉਹਨੂੰ ਦੁਬਈ ਚ ਪਕੜਿਆ। ਉਹ ਤਾਂ ਸ਼ਾਹਕੋਟ ਦੇ ਇਲਾਕੇ ਦਾ ਇੱਥੇ ਰਹਿਣ ਵਾਲਾ ਸੀ ਤੇ ਸ਼ਾਹਕੋਟ ਦਾ ਬਣ ਗਿਆ। ਨਹੀਂ ਮਤਲਬ ਜਿਸ ਦਿਨ ਫਰਾਰ ਹੋਇਆ, ਮੈਂ ਉਸ ਦਿਨ ਤੋਂ ਕਹਿ ਰਿਹਾ, ਜਿਸ ਦਿਨ ਦਾ ਦੌੜ ਰਿਹਾ ਅੰਮ੍ਰਿਤਪਾਲ, ਜਿਸ ਦਿਨ ਦਾ ਕਲੇਮ ਹੋ ਰਿਹਾ ਕਿ ਸ਼ਾਹਕੋਟ ਤੋਂ ਦੌੜਿਆ। ਪੰਜਾਬ ਪੁਲਿਸ, ਦੇਖੋ ਮੈਂ ਕਹਿੰਦਾ ਪੰਜਾਬ ਪੁਲਿਸ ਨੂੰ ਵੀ ਮੈਂ ਇਸ ਚੀਜ਼ ਦਾ ਕ੍ਰੈਡਿਟ ਦੇਣਾ ਕਿ ਉਹਨਾਂ ਨੇ ਜਿਹੜੀ ਗੁਰੂ ਮਹਾਰਾਜ ਦੀ ਬੇਅਦਬੀ ਨੂੰ ਰੋਕਿਆ। ਦੇਖੋ ਉੱਥੇ ਗੁਰੂ ਮਹਾਰਾਜ ਦੇ ਸਰੂਪ ਨੂੰ ਜਾ ਕੇ ਥਾਣੇ 'ਚ ਰੱਖਣਾ, ਔਰ ਉੱਥੇ ਕੁਝ ਵੀ ਹੋ ਸਕਦਾ ਸੀ, ਉੱਥੇ ਕਤਲੇਆਮ ਵੀ ਹੋ ਸਕਦੇ ਸੀ, ਲੇਕਿਨ ਪੰਜਾਬ ਪੁਲਿਸ ਨੇ ਆਪਣੇ ਕੱਪੜੇ ਪੜਵਾ ਲਏ, ਆਪਦੇ ਸਿਰ ਪੜਵਾ ਲਏ, ਲੇਕਿਨ ਉਦੋਂ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ। ਤੇ ਨਹੀਂ ਤਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਝ ਇਦੋਂ ਵੱਡਾ ਹਾਦਸਾ ਹੋ ਜਾਂਦਾ ਤੇ ਅੱਗੇ ਅਸੀਂ ਬਲੂ ਸਟਾਰ ਆਪਰੇਸ਼ਨ ਦੇ ਅਸੀਂ ਹਾਲੇ ਤੱਕ ਜਿਹੜਾ ਹੈਗਾ ਮੁਸੀਬਤਾਂ ਚੱਲ ਰਹੇ ਹਾਂ, ਦਿੱਲੀ ਰਾਈਟਸ ਦੀਆਂ ਹੁਣ ਤੱਕ ਚੱਲ ਰਹੇ ਹਾਂ। ਸੋ ਇਹ ਤਾਂ ਅਸੀਂ ਬਾਲ ਬਚੇ ਹਾਂ, ਪਰਮਾਤਮਾ ਨੇ ਮਿਹਰ ਕੀਤੀ ਹੈ ਕਿ ਇਦੋਂ ਵੱਡਾ ਹਾਦਸਾ ਨਹੀਂ ਹੋਇਆ ਹੈਗਾ। ਇੰਨੇ ਛੋਟੇ ਜਿਹੀ ਜਿਹੜਾ ਹੈਗਾ ਲੋਕਾਂ ਨੂੰ ਸਮਝ ਆ ਗਈ ਵੀ ਇਹ ਕੀ ਚੀਜ਼ ਹੈ, ਔਰ ਉਹ ਬੰਦਾ ਫਰਾਰ ਹੈ। ਜਿਹੜਾ ਬੰਦਾ ਕਹਿੰਦਾ ਜੀ ਮੈਨੂੰ ਖਾਲਿਸਤਾਨ ਚਾਹੀਦਾ ਹੈ, ਉਹ ਕਹਿ ਰਿਹਾ ਕਿ ਜੀ ਮੈਂ ਤਾਂ ਇੰਡੀਅਨ ਨੈਸ਼ਨਲ ਹੀ ਨਹੀਂ ਹੈਗਾ ਤੇ ਪਾਸਪੋਰਟ ਇੰਡੀਅਨ ਤੇ ਟਰੈਵਲ ਕਰ ਰਿਹਾ। ਇੰਡੀਅਨ ਪਾਸਪੋਰਟ ਤੇ ਉਹ ਬਾਹਰ ਗਿਆ ਤੇ ਇੰਡੀਅਨ ਪਾਸਪੋਰਟ ਤੇ ਵਾਪਸ ਆਇਆ। ਪੁੱਛਣ ਵਾਲਾ ਹੋਵੇ ਨਾ ਕਿ ਪਾਕਿਸਤਾਨ ਤੋਂ ਪਾਸਪੋਰਟ ਲੈ ਕੇ ਉਹਨਾਂ ਦੀ ਪਤਨੀ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਰੋਕਿਆ ਗਿਆ, ਲੰਡਨ ਜਾ ਰਹੇ ਸੀਗੇ, ਹਾਂਜੀ, ਉੱਥੋਂ ਵਾਪਸ ਭੇਜ ਦਿੱਤਾ ਕਿ ਇਮੀਗ੍ਰੇਸ਼ਨ ਨੇ ਰੋਕ ਲਿਆ ਸੀਗਾ ਉਹਨਾਂ ਨੂੰ। ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਕਾਰਵਾਈ? ਤਹਿਕੀਕਾਤ ਤਾਂ ਹੋਣੀ ਹੈ, ਇਹਨਾਂ ਚੀਜ਼ਾਂ ਦੀ ਇਨਵੈਸਟੀਗੇਸ਼ਨਸ ਹੁੰਦੀਆਂ ਨੇ, ਤਾਂ ਰੋਕ ਲਿਆ, ਉਹ ਦੇਖਣਗੇ, ਤਹਿਕੀਕਾਤ ਕਰਨਗੇ। ਆਖਰੀ ਸਵਾਲ ਹੈ, ਤੁਹਾਨੂੰ ਕਰਤਾਰਪੁਰ ਹਲਕਾ ਮਿਲਿਆ ਹੈ ਜਲੰਧਰ ਚਿਮਨੀ ਚੋਣ ਦੇ ਵਿੱਚ, ਤੁਹਾਨੂੰ ਕਰਤਾਰਪੁਰ ਦਾ ਇੰਚਾਰਜ ਬਣਾਇਆ ਗਿਆ, ਕਹਿੰਦੇ ਬਿਕਰਮ ਮਜੀਠੀਆ ਨੂੰ ਵੀ ਉੱਧਰੋਂ ਅਕਾਲੀ ਦਲ ਨੇ ਕਰਤਾਰਪੁਰ ਹਲਕੇ ਦਾ ਇੰਚਾਰਜ ਬਣਾਇਆ। ਕਿਵੇਂ ਦੇਖਦੇ ਹੋ? ਕਹਿੰਦੇ BJP ਜ਼ਿਆਦਾ ਜਾ ਹੀ ਨਹੀਂ ਰਹੀ ਇਸ ਤੋਂ ਬਾਅਦ ਉੱਥੇ। ਕੌਣ ਨਹੀਂ ਜਾ ਰਹੀ? ਮੈਂ ਅੱਜ ਉਸ ਹਲਕੇ 'ਚੋਂ ਆਇਆ, ਹੁਣੇ ਮੈਂ ਇੱਕ ਨੌਜਵਾਨਾਂ ਦਾ ਬਹੁਤ ਵੱਡਾ ਇੱਕ ਫੰਕਸ਼ਨ ਸੀ, ਸਪੋਰਟਸ ਦਾ, ਫੁੱਟਬਾਲ ਦਾ ਮੈਚ ਸੀ ਜੰਡੂ ਸਿੰਘਾ, ਤੇ ਉੱਥੇ ਮੈਂ ਜਾ ਕੇ ਆਇਆ, ਬਹੁਤ ਭਾਰੀ ਇਕੱਠ ਸੀ। ਇਹ ਤਾਂ ਨਹੀਂ ਕਿ ਬਿਕਰਮ ਮਜੀਠੀਆ ਵਰਗਾ ਵੱਡਾ ਲੀਡਰ ਉੱਥੇ ਆ ਗਿਆ, ਤੁਸੀਂ ਵੀ ਵੱਡੇ ਲੀਡਰ, ਉੱਥੇ ਟਾਕਰਾ ਕੈਂਡੀਡੇਟ ਤੋਂ ਉੱਤੇ ਹੋ ਜਾਏਗਾ, ਦੋ ਵੱਡੇ ਨੇਤਾ। ਮਤਲਬ ਵੀ ਕੋਈ ਨਹੀਂ, ਮੇਰੀ ਗੱਲ ਸੁਣੋ, ਮੈਂ ਆਈ ਕੈਨ ਗਰੰਟੀ ਕਿ ਜੇ ਉੱਥੇ ਅਕਾਲੀ ਦਲ ਦੀ ਵੋਟ ਜਿਹੜੀ ਹੈ BJP ਤੋਂ ਵੱਧ ਜੇ ਤਾਂ ਹੋਰ ਦੱਸੋ ਕਿੰਨੀ ਲੀਡ ਦੀ ਉਮੀਦ ਆ ਤੁਹਾਨੂੰ ਪੂਰੇ ਹਲਕੇ ਦੇ ਵਿੱਚ? ਦੇਖੋ ਹਲੇ ਇਸ ਚੀਜ਼ ਦੀ ਕੈਲਕੂਲੇਸ਼ਨ ਚੱਲ ਰਹੀ ਹੈ, ਲੇਕਿਨ ਮੈਨੂੰ ਇਹ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਪ੍ਰੀਵੀਅਸ 2022 ਦੇ ਇਲੈਕਸ਼ਨ ਹੋਏ ਨੇ, ਜਿਹੜੀਆਂ ਪਾਰਟੀਆਂ ਨੇ ਵੋਟ ਜਿੰਨੀ ਹਾਸਲ ਕੀਤੀ ਹੈ, ਸਾਡੀ ਵੋਟ ਜਿਹੜੀ ਹੈ ਉਹ ਵਧੇਗੀ ਉਸ ਵੋਟ ਤੋਂ, ਲੇਕਿਨ ਕਿਸ ਹੱਦ ਤੱਕ ਜਾਂਦੀ ਹਾਲੇ ਆਗੇ ਦੇਖੀਏ ਹੋਤਾ ਹੈ ਕਿਆ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਇਹ ਸਨ ਰਾਣਾ ਗੁਰਮੀਤ ਸੋਢੀ ਜੋ ਕਹਿ ਰਹੇ ਨੇ ਕਿ ਹੁਣ BJP ਜਿਸ ਤਰ੍ਹਾਂ ਵਿਸਤਾਰ ਕਰ ਰਹੀ ਹੈ, ਲੋਕਾਂ ਦਾ ਭਰੋਸਾ ਵੀ ਬਣ ਰਿਹਾ, ਚਾਹੇ ਉਹ ਸ਼ਹਿਰੀ ਇਲਾਕੇ ਹੋਣ ਚਾਹੇ ਪੇਂਡੂ ਇਲਾਕੇ ਹੋਣ। ਹੁਣ ਆਖਰੀ ਆਪਸ਼ਨ ਪੰਜਾਬ ਦੇ ਲੋਕਾਂ ਦੇ ਕੋਲ BJP ਹੈ, ਔਰ BJP ਹੀ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਪਾ ਸਕਦੀ ਹੈ। ਦੇਖਦੇ ਰਹੋ ਦੈਨਿਕ ਸਵੇਰਾ TV।